ਸਤਿ ਸ੍ਰੀ ਅਕਾਲ, ਨਮਸਕਾਰ। ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਪ੍ਰਕਾਸ਼ ਪੁਰਬ ਮਨਾਉਣ ਜਾ ਰਹੇ ਹਾਂ। 2020 ਵਿੱਚ ਸਭ ਤੋਂ ਪਹਿਲੇ ਪਤਰੀ ਜੀ ਨੇ ਆਪਣੇ ਸੰਦੇਸ਼ ਤੋਂ ਉਸ ਕਾਰਜਕ੍ਰਮ ਦੀ ਸ਼ੁਰੂਆਤ ਕੀਤੀ। ਅਗਰ ਅਸੀਂ ਕਿਸੇ ਵੀ ਗੁਰੂ ਦੀ, ਕਿਸੇ ਵੀ ਸੰਤ ਦੀ ਜੀਵਨੀ ਪੜਾਂਗੇ, ਉਹਦੇ ਉੱਪਰ ਚੱਲਾਂਗੇ, ਵਿਚਾਰ ਕਰਾਂਗੇ, ਤਾਂ ਹਰ ਇੱਕ ਸੰਤ ਨੇ, ਹਰ ਇੱਕ ਗੁਰੂ ਨੇ ਉਹੀ ਪ੍ਰਿੰਸੀਪਲ ਦੱਸੇ ਨੇ। ਪ੍ਰਿੰਸੀਪਲ ਨਹੀਂ ਬਦਲੇ, ਦੱਸਣ ਵਾਲੀ ਭਾਸ਼ਾ, ਦੱਸਣ ਵਾਲੇ ਚਿਹਰੇ ਬਦਲ ਗਏ, ਲੇਕਿਨ ਜਿਹੜਾ ਅਸੀਂ ਕਹਿੰਦੇ ਆ ਕਿ ਸੱਤ ਜਿਹੜਾ ਹੈ ਉਹ ਸ਼ਾਸ਼ਵਤ ਹੈ, ਉਹ ਨਹੀਂ ਬਦਲਦਾ। ਤੇ ਇਸ ਲਈ ਉਸ ਸੱਤ ਦਾ ਅਨੁਸਰਣ ਕਰਨਾ, ਉਸ ਸੱਚ ਦਾ ਅਨੁਸਰਣ ਕਰਨਾ। ਥੋੜਾ ਜਿਹਾ ਅਸੀਂ ਇਹਦੇ ਤੇ ਵਿਚਾਰ ਕਰਾਂਗੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸ ਤਰ੍ਹਾਂ ਆਪਣੇ ਜੀਵਨ ਕਾਲ ਵਿੱਚ ਮਾਤ ਲੋਕ ਤੇ ਰਹਿੰਦੇ ਹੋਏ ਕੀ ਉਪਦੇਸ਼ ਦਿੱਤੇ, ਕਿਸ ਤਰ੍ਹਾਂ ਜੋ ਮਨੁੱਖ ਜਾਤੀ ਹੈ ਉਹਨੂੰ ਸੱਚ ਦੇ ਰਸਤੇ ਤੇ ਲਗਾਇਆ, ਧਾਰਮਿਕ ਅੰਧ ਵਿਸ਼ਵਾਸ, ਕੱਟੜਤਾ, ਛੂਆ-ਛੂਤ, ਜਾਤੀ ਪਾਤੀ ਤੋਂ ਕੱਢ ਕੇ ਤੇ ਸੱਚ ਨਾਲ ਜੋੜਿਆ, ਸੱਚ ਦਾ ਰਸਤਾ ਦਿਖਾਇਆ। ਅਸੀਂ ਕਹਿੰਦੇ ਆ ਕਿ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦਾ ਸਥਾਪਨਾ ਕੀਤੀ, ਲੇਕਿਨ ਐਸਾ ਨਹੀਂ ਹੈ। ਅਗਰ ਅਸੀਂ ਗੁਰਬਾਣੀ ਪੜ੍ਹਨੇ ਆ, ਦੇਖਨੇ ਆ, ਤੇ ਸਾਨੂੰ ਪਤਾ ਚੱਲਦਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਕਹਿ, ਗੁਰੂ ਨਾਨਕ ਸੱਚ ਦਾ ਰਾਜ ਚਲਾਇਆ, ਸੱਚ ਦੀ ਨੀਂਹ ਰੱਖੀ। ਬਾਅਦ ਚੋਂ ਅਸੀਂ ਉਹਨੂੰ ਧਰਮ ਨਾਲ ਜੋੜ ਲਿਆ, ਸਿੱਖ ਧਰਮ ਦਾ ਪ੍ਰਚਾਰ ਕੀਤਾ, ਸਿੱਖ ਧਰਮ ਦੀ ਸਥਾਪਨਾ ਕੀਤੀ, ਲੇਕਿਨ ਉਹਨਾਂ ਨੇ ਸੱਚ ਦੇ ਰਾਜ ਦੀ ਸਥਾਪਨਾ ਕੀਤੀ। ਗੁਰੂ ਨਾਨਕ ਦੇਵ ਜੀ ਜਿਸ ਵੇਲੇ ਆਪਣੀ ਯਾਤਰਾ ਦੇ ਦੌਰਾਨ ਸਿੱਧਾਂ ਨਾਲ ਉਹਨਾਂ ਨੇ ਗੱਲਬਾਤ ਕੀਤੀ, ਕਿਉਂਕਿ ਸਿੱਧ ਉਹ ਸਿੱਧੀਆਂ ਪ੍ਰਾਪਤ ਕਰਕੇ, ਰਿੱਧੀਆਂ ਸਿੱਧੀਆਂ ਪਾ ਕੇ ਬਹੁਤ ਹੀ ਉਹ ਹੰਕਾਰੀ ਹੋ ਗਏ ਸੀ, ਉਮਰਾਂ ਬਹੁਤ ਵੱਡੀਆਂ ਕਰ ਲਈ ਸੀ, ਉਮਰਾਂ ਬਹੁਤ ਵਧਾ ਲਈਆਂ ਸੀ। ਔਰ ਉਸ ਜਿਸ ਵੇਲੇ ਸਿੱਧਾਂ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਹੋਏ, ਤਾਂ ਫਿਰ ਸਿੱਧ ਜਿਹੜੇ ਸੀ ਉਹ ਝੁਕ ਗਏ ਉਹਨਾਂ ਦੇ ਅੱਗੇ, ਕਿਉਂਕਿ ਉਮਰ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਧਾਂ ਨਾਲੋਂ ਬਹੁਤ ਛੋਟੀ ਉਮਰ ਦੇ ਸਨ। ਸਰੀਰਿਕ ਉਮਰ ਘੱਟ ਸੀ, ਸਿੱਧਾਂ ਦੀ ਉਮਰ ਹਜ਼ਾਰਾਂ ਸਾਲ ਸੀ। ਤੇ ਜਿਸ ਵੇਲੇ ਸਿੱਧਾਂ ਨਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਸ਼ਨ ਉੱਤਰ ਹੋਏ, ਤਾਂ ਆਖਿਰ ਸਿੱਧਾਂ ਨੇ ਫਿਰ ਇਹ ਕਿਹਾ ਕਿ ਧੰਨ ਨਾਨਕ ਤੇਰੀ ਵੱਡੀ ਕਮਾਈ, ਕਿ ਹੇ ਸ਼੍ਰੀ ਗੁਰੂ ਨਾਨਕ ਦੇਵ ਜੀ, ਤੁਹਾਡੀ ਕਮਾਈ ਬਹੁਤ ਵੱਡੀ ਹੈ। ਉਹ ਸ਼ਬਦ ਹੈ, ਮੈਂ ਸ਼ਬਦ ਤੇ ਪੂਰਾ ਨਹੀਂ ਲੈ ਰਹੀ, ਉਹਦਾ ਅਰਥ ਤੁਹਾਨੂੰ ਦੱਸ ਰਹੀ ਹਾਂ ਕਿ ਜਿਸ ਵੇਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨਾਲ ਗਿਆਨ ਗੋਸ਼ਟ ਕੀਤੀ, ਹੁਣ ਗਿਆਨ ਗੋਸ਼ਟ ਗੁਰੂ ਨਾਲ ਜਾਂ ਕਿਸੇ ਸੰਤ ਨਾਲ ਗਿਆਨ ਗੋਸ਼ਟੀ ਕਰਨੀ, ਉਹ ਸਾਹਮਣੇ ਵਾਲਾ ਪ੍ਰਸ਼ਨ ਕਰਨ ਵਾਲਾ ਵੀ ਕੁਝ ਲੈਵਲ ਤੇ ਹੋਏਗਾ ਤਾਂ ਹੀ ਪ੍ਰਸ਼ਨ ਕਰ ਸਕੇਗਾ। ਉਸ ਲੈਵਲ ਦੇ ਸਾਧਨਾ ਦੇ ਪ੍ਰਸ਼ਨ ਉਹ ਤਾਂ ਹੀ ਕਰ ਸਕੇਗਾ ਜੋ ਆਪ ਉਹਨੇ ਸਾਧਨਾ ਕੀਤੀ ਹੋਏ। ਤਾਂ ਉਹ ਸਿੱਧਾਂ ਨੇ ਸਾਧਨਾ ਬਹੁਤ ਕੀਤੀ ਸੀ, ਔਰ ਉਹਨਾਂ ਦੇ ਜਿਹੜੇ ਪ੍ਰਸ਼ਨ ਉੱਤਰ ਸੀ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਪ੍ਰਸ਼ਨਾਂ ਦੇ ਉੱਤਰ ਦਿੱਤੇ। ਸ਼੍ਰੀ ਗੁਰੂ ਨਾਨਕ ਦੇਵ ਜੀ ਸਾਰੇ ਹਿੰਦੂ ਮੁਸਲਮਾਨ ਜੋ ਵੀ ਉਸ ਵੇਲੇ ਚੱਲ ਰਹੇ ਸੀ, ਉਹਨਾਂ ਸਾਰਿਆਂ ਦੇ ਪ੍ਰਸ਼ਨਾਂ ਦੇ ਉੱਤਰ ਦਿੱਤੇ, ਉਹਨਾਂ ਦੇ ਸ਼ੰਕਾ ਦੂਰ ਕੀਤੇ, ਉਹਨਾਂ ਨੂੰ ਜਾਤੀ ਪਾਤੀ ਤੋਂ, ਛੂਆ-ਛੂਤ ਦੇ ਭੇਦਭਾਵ ਤੋਂ ਕੱਢਿਆ ਬਾਹਰ। ਤਾਂ ਸਿੱਧਾਂ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ, ਤੁਹਾਡੀ ਕਮਾਈ ਬਹੁਤ ਵੱਡੀ ਹੈ। ਸਿੱਧ ਬੋਲਨ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਆਖਿਰ ਉਹਨਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਅੱਗੇ, ਉਹਨਾਂ ਦੇ ਗਿਆਨ ਅੱਗੇ, ਸੱਚ ਅੱਗੇ ਆਪਣਾ ਸੀਸ ਝੁਕਾ ਦਿੱਤਾ। ਤੇ ਉਹਨਾਂ ਨੇ ਇਹ ਕਿਹਾ ਸਿੱਧਾਂ ਨੇ ਕਿ ਕਲਯੁਗ ਦੇ ਅੰਦਰ ਤੁਸੀਂ ਸੱਚ ਦਾ ਸੂਰਜ ਬਣ ਕੇ ਚੜੇ ਹੋ, ਜੋਤ ਜਗਾਈ ਹੈ ਸੰਸਾਰ ਵਿੱਚ ਸੱਚ ਦੀ, ਤੁਹਾਡੇ ਜਿਹਾ ਕੋਈ ਨਹੀਂ ਹੋਇਆ। ਵੱਡਾ ਪੁਰਖ ਪ੍ਰਗਟਿਆ, ਕਲਯੁਗ ਅੰਦਰ ਜੋਤ ਜਗਾਈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਨਨਕਾਣਾ ਸਾਹਿਬ, ਜੋ ਅੱਜ ਕੱਲ ਪਾਕਿਸਤਾਨ ਵਿੱਚ ਉੱਥੇ ਹੋਇਆ। ਔਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਸ ਵੇਲੇ ਪ੍ਰਕਾਸ਼ ਹੋਇਆ, ਤਾਂ ਜਿਹੜੀ ਦਾਈ ਸੀ, ਜਿਹਨੂੰ ਅਸੀਂ ਅੱਜ ਮਿਡਵਾਈਫ ਕਹਿੰਦੇ ਆ, ਉਹਨੇ ਪਹਿਲੇ ਘਰ ਵਿੱਚ ਹੀ ਬੱਚੇ ਹੁੰਦੇ ਸੀ, ਤੇ ਉਹ ਮਿਡਵਾਈਫ ਜਿਹੜੀ ਸੀ ਉਹਦਾ ਨਾਮ ਸੀ ਦੌਲਤਾਂ ਦਾਈ। ਜਿੱਥੇ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਨੇ ਆ, ਉੱਥੇ ਨਾਲ ਉਹਨਾਂ ਨਾਲ ਜੁੜੇ ਹਰ ਇੱਕ ਵਿਅਕਤੀ ਨੂੰ ਅਸੀਂ ਯਾਦ ਕਰਨੇ ਆ। ਹੁਣ ਕਹਿਣ ਨੂੰ ਤੇ ਉਹ ਦੌਲਤਾਂ ਦਾਈ ਹੈ, ਲੇਕਿਨ ਜਦ ਤੱਕ ਦੁਨੀਆ ਰਹੇਗੀ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਲਿਆ ਜਾਏਗਾ, ਉੱਥੇ ਦੌਲਤਾਂ ਦਾਈ ਦਾ ਨਾਮ ਸਭ ਤੋਂ ਪਹਿਲੇ ਆਏਗਾ, ਕਿਉਂਕਿ ਦੌਲਤਾਂ ਦਾਈ ਸਭ ਤੋਂ ਪਹਿਲੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਦਰਸ਼ਨ ਦੌਲਤਾਂ ਦਾਈ ਨੇ ਕੀਤਾ। ਉਹਦੇ ਹੱਥਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਨ ਕੀਤਾ, ਔਰ ਸਭ ਤੋਂ ਪਹਿਲੇ ਦੌਲਤਾਂ ਦਾਈ ਨੇ ਹੀ ਉਹਨਾਂ ਦਾ ਮੁਖ ਦੇਖਿਆ।
ਤੇ ਦੌਲਤਾਂ ਦਾਈ ਨੇ ਇੱਕ ਸਾਖੀ ਆਂਦੀ ਏ, ਉਹਦੇ ਵਿੱਚ ਦੌਲਤਾਂ ਦਾਈ ਨੇ ਕਿਹਾ ਕਿ ਪਿਤਾ ਕਾਲੂ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਸੀ, ਉਹਨਾਂ ਨੂੰ ਜਿਸ ਵੇਲੇ ਉਹਨਾਂ ਨੇ ਕਿਹਾ ਕਿ ਤੂੰ ਜੋ ਮੂੰਹੋਂ ਮੰਗ, ਅੱਜ ਤੈਨੂੰ ਮੈਂ ਇਨਾਮ ਦੇਣਾ, ਕੀ ਮੰਗਣਾ ਚਾਹਨੀ ਤੂੰ ਮੰਗ ਲੈ, ਤੂੰ ਮੈਨੂੰ ਇੰਨੀ ਵਧੀਆ ਖਬਰ ਸੁਣਾਈ ਕਿ ਮੇਰੇ ਘਰ ਪੁੱਤਰ ਪੈਦਾ ਹੋਇਆ। ਤਾਂ ਉਹ ਦੌਲਤਾਂ ਦਾਈ ਨੇ ਕਿਹਾ ਤੁਹਾਡੇ ਘਰ ਸਿਰਫ ਪੁੱਤਰ ਨਹੀਂ ਪੈਦਾ ਹੋਇਆ, ਆਪ ਨਿਰੰਕਾਰ ਤੁਹਾਡੇ ਘਰ ਆਇਆ, ਤੁਸੀਂ ਚੱਲ ਕੇ ਦਰਸ਼ਨ ਕਰੋ। ਤੇ ਹੁਣ ਅਸੀਂ ਇਸ ਗੱਲ ਤੋਂ ਇਹ ਸਮਝ ਸਕਨੇ ਆ ਕਿ ਦੌਲਤਾਂ ਦਾਈ ਦੀ ਕੀ ਅਵਸਥਾ ਹੋਏਗੀ, ਜਿਹੜੀ ਇਹ ਕਹਿ ਰਹੀ ਹੈ ਕਿ ਤੁਸੀਂ ਪੁੱਤਰ ਨਹੀਂ ਸਮਝੋ ਕਿ ਤੁਹਾਡੇ ਘਰ ਪੁੱਤਰ ਆਇਆ, ਆਪ ਨਿਰੰਕਾਰ ਤੁਹਾਡੇ ਘਰ ਆਇਆ ਔਰ ਉਹਨੇ ਪ੍ਰਕਾਸ਼ ਧਾਰਨ ਕੀਤਾ ਹੈ, ਅਵਤਾਰ ਲਿੱਤਾ ਹੈ, ਤੁਸੀਂ ਚੱਲ ਕੇ ਦਰਸ਼ਨ ਕਰੋ। ਤਾਂ ਦੌਲਤਾਂ ਦਾਈ ਨੇ ਕਿਹਾ ਕਿ ਮਹਿਤਾ ਕਾਲੂ ਜੀ, ਮੇਰੇ ਨਾਨੀ ਨੇ ਬਚਪਨ ਵਿੱਚ ਜਿਸ ਵੇਲੇ ਮੈਂ ਪੈਦਾ ਹੋਈ ਸੀ, ਸਾਡੇ ਘਰ ਗਰੀਬੀ ਬਹੁਤ ਸੀ, ਤੇ ਮੇਰੀ ਨਾਨੀ ਨੇ ਮੇਰਾ ਨਾਮ ਰੱਖਿਆ ਦੌਲਤਾਂ। ਦੌਲਤਾਂ ਮਤਲਬ ਦੌਲਤ, ਵੈਲਥ, ਕਿ ਬਾਰ-ਬਾਰ ਜਿਸ ਵੇਲੇ ਇਸ ਬੱਚੀ ਦਾ ਨਾਮ ਲਿਆ ਜਾਏਗਾ ਦੌਲਤਾਂ ਦੌਲਤਾਂ, ਤੇ ਇਹ ਆਪਣੇ ਆਪ ਹੀ ਇਹ ਧਨਵਾਨ ਹੋ ਜਾਏਗੀ, ਗਰੀਬੀ ਚੋਂ ਬਾਹਰ ਨਿਕਲ ਜਾਏਗੀ। ਪਰ ਉਹ ਕਹਿੰਦੀ ਕਿ ਮੇਰੀ ਨਾਨੀ ਨੂੰ ਸ਼ਾਇਦ ਇਹ ਨਹੀਂ ਸੀ ਪਤਾ ਕਿ ਮੇਰੀ ਜਨਮਾਂ ਦੀ ਗਰੀਬੀ ਦੂਰ ਹੋ ਜਾਏਗੀ। ਉਹਨਾਂ ਨੇ ਤੇ ਵੈਸੇ ਹੀ ਮੇਰਾ ਨਾਮ ਦੌਲਤਾਂ ਰੱਖਿਆ ਕਿ ਮੇਰੇ ਕੋਲ ਧਨ ਆ ਜਾਏਗਾ। ਲੇਕਿਨ ਅੱਜ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ, ਉਸ ਵੇਲੇ ਤੇ ਨਾਮ ਹੀ ਅਜੇ ਨਹੀਂ ਸੀ ਰੱਖਿਆ, ਤੇ ਉਹ ਉਸ ਵੇਲੇ ਉਹਨੇ ਕਿਹਾ ਕਿ ਇਸ ਬਾਲਕ ਦੇ ਦਰਸ਼ਨ ਕਰਕੇ ਮੇਰੀ ਜਨਮ ਦੀ ਭੁੱਖ ਦੂਰ ਹੋ ਗਈ, ਅੱਜ ਮੇਰਾ ਨਾਮ ਸਕਾਰਤ ਹੋ ਗਿਆ ਦੌਲਤਾਂ, ਅੱਜ ਮੇਰੇ ਸ੍ਰਿਸ਼ਟੀ ਦੀ ਸਾਰੀ ਦੌਲਤ ਮੇਰੀ ਝੋਲੀ ਚ ਆ ਗਈ, ਅੱਜ ਮੇਰੇ ਨਾਮ ਦਾ ਅਰਥ ਮੈਨੂੰ ਸਮਝ ਆ ਗਿਆ। ਤੇ ਰਹਿੰਦੀ ਦੁਨੀਆ ਤੱਕ ਦਾਈ ਦੌਲਤਾਂ ਦਾ ਨਾਮ ਰਹੇਗਾ। ਤਾਂ ਦਾਈ ਦੌਲਤਾਂ ਨੇ ਸਭ ਤੋਂ ਪਹਿਲੇ ਦਰਸ਼ਨ ਪਾਇਆ। ਫਿਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਜੋ ਸਨ, ਉਹ ਪੰਡਿਤ ਹਰਦਿਆਲ ਦੇ ਘਰ ਗਏ ਔਰ ਜਾ ਕੇ ਕਿਹਾ ਕਿ ਤੁਸੀਂ ਚਲੋ, ਬਾਲਕ ਨੇ ਜਨਮ ਲਿਆ, ਤੁਸੀਂ ਜਨਮ ਪੱਤਰੀ ਬਣਾਓ। ਤਾਂ ਪੰਡਿਤ ਹਰਦਿਆਲ ਨੇ ਕਿਹਾ ਕਿ ਮੈਂ ਪੂਜਾ ਅਰਚਨਾ ਕਰਕੇ ਫੇਰ ਆਵਾਂਗਾ। ਜਿਸ ਵੇਲੇ ਪੰਡਿਤ ਹਰਦਿਆਲ ਆਏ ਤਾਂ ਉਹਨਾਂ ਨੇ ਮਹਿਤਾ ਕਾਲੂ ਨੂੰ ਕਿਹਾ ਕਿ ਮੈਨੂੰ ਦੱਸੋ ਕਿ ਬਾਲਕ ਕਿਸ ਸਮੇਂ ਉਹਨੇ ਜਨਮ ਲਿਆ, ਜਨਮ ਲੈਣ ਦੇ ਸਮੇਂ ਉਹਦੇ ਲੱਛਣ ਕਿਸ ਤਰ੍ਹਾਂ ਦੇ ਸਨ, ਔਰ ਉਹ ਕੀ ਆਵਾਜ਼ ਲੈ ਕੇ ਜਨਮ ਲਿਆ। ਮਤਲਬ ਅੱਜ ਮੈਂ ਜਿਸ ਵੇਲੇ ਸਾਖੀ ਪੜ੍ਹ ਰਹੀ ਸੀ ਤੇ ਬਹੁਤ ਸਾਰੀਆਂ ਚੀਜ਼ਾਂ ਸਮਝ ਆਈਆਂ, ਜਦਕਿ ਮੈਂ ਸਾਖੀਆਂ ਕਈ ਵਾਰ ਪੜ੍ਹ ਚੁੱਕੀ। ਮਤਲਬ ਉਹਨਾਂ ਨੇ ਪੁੱਛਿਆ ਕਿਸ ਸਮੇਂ ਤੇ ਜਨਮ ਲਿਆ, ਕੀ ਲੱਛਣ ਸੀ ਜਿਸ ਵੇਲੇ ਜਨਮ ਲਿਆ, ਕੀ ਸ਼ਬਦ ਮੂੰਹੋਂ ਨਿਕਲਿਆ ਪਹਿਲਾ। ਇਹਦਾ ਮਤਲਬ ਸਾਨੂੰ ਇਹ ਲੱਗਦਾ ਕਿ ਬੱਚਾ ਰੋ ਰਿਹਾ ਹੈ, ਲੇਕਿਨ ਉਹਦੇ ਮੂੰਹ ਚੋਂ ਕੋਈ ਸ਼ਬਦ ਨਿਕਲਦਾ, ਔਰ ਜਿਹੜਾ ਕੋਈ ਕਾਬਿਲ ਹੁੰਦਾ, ਜਿਹੜਾ ਇਹਨਾਂ ਚੀਜ਼ਾਂ ਨੂੰ ਜਾਣਦਾ ਹੈ, ਜਾਣਕਾਰ ਹੁੰਦਾ ਹੈ, ਉਹ ਸ਼ਬਦ ਨੂੰ ਪਕੜ ਲੈਂਦਾ। ਤਾਂ ਫਿਰ ਮਹਿਤਾ ਕਾਲੂ ਜੀ ਨੇ ਕਿਹਾ ਕਿ ਮੈਂ ਇਹਦੇ ਬਾਰੇ ਚ ਕੁਝ ਨਹੀਂ ਜਾਣਦਾ, ਮੈਨੂੰ ਇੰਨਾ ਪਤਾ ਹੈ ਕਿ ਅੱਜ ਰਾਤ ਜਿਸ ਵੇਲੇ ਢਲ ਗਈ, ਅੰਮ੍ਰਿਤ ਵੇਲੇ ਦੇ ਟਾਈਮ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ, ਜਨਮ ਹੋਇਆ ਬਾਲਕ ਦਾ। ਤੇ ਉਹਨਾਂ ਨੇ ਕਿਹਾ ਕਿ ਤੂੰ ਅੰਦਰੋਂ ਦਾਈ ਨੂੰ ਬੁਲਾ ਕੇ ਲਿਆ, ਉਹ ਦੱਸੇਗੀ। ਤਾਂ ਫਿਰ ਦਾਈ ਨੂੰ ਬੁਲਾਇਆ ਗਿਆ ਤੇ ਪਿਤਾ ਨੇ ਕਿਹਾ ਕਿ ਜੋ ਪੁੱਛਦੇ ਨੇ ਪੰਡਤ ਹਰਦਿਆਲ ਜੀ ਤੂੰ ਦੱਸ ਜਾਣਦੀ ਹੈ ਤਾਂ ਉਹਨੇ ਦਾਈ ਨੇ ਕਿਹਾ ਪੁੱਛੋ ਤੁਸੀਂ ਪੰਡਤ ਜੀ ਕੀ ਪੁੱਛਦੇ ਹੋ। ਤਾਂ ਉਹਨਾਂ ਨੇ ਪੁੱਛਿਆ ਕਿ ਕਿਸ ਸਮੇਂ ਜਨਮ ਲਿਆ ਬਾਲਕ ਨੇ, ਕੀ ਸ਼ਬਦ ਲੈ ਕੇ ਜਨਮ ਲਿਆ, ਔਰ ਲੱਛਣ ਕਿਸ ਤਰ੍ਹਾਂ ਦੇ ਸਨ। ਤਾਂ ਦੌਲਤਾਂ ਦਾਈ ਨੇ ਕਿਹਾ ਕਿ ਪੰਡਿਤ ਜੀ ਤੁਸੀਂ ਕੀ ਪੁੱਛਦੇ ਹੋ, ਮੇਰੇ ਹੱਥਾਂ ਵਿੱਚ ਕਿੰਨੇ ਬਾਲਕ ਜਨਮ ਲਏ ਮੇਰੇ ਇਸ ਜੀਵਨ ਕਾਲ ਵਿੱਚ, ਐਸਾ ਕੋਈ ਬਾਲਕ ਨਹੀਂ ਜਨਮ ਲਿਆ। ਇਹ ਬਾਲਕ ਇਸ ਤਰ੍ਹਾਂ ਮਿਲਿਆ ਜਿਸ ਤਰ੍ਹਾਂ ਕੋਈ ਸਿਆਣਾ ਅੱਗੋਂ ਹੱਸ ਕੇ ਮਿਲਦਾ ਹੈ, ਬਾਲਕ ਰੋਇਆ ਹੀ ਨਹੀਂ, ਜਿਸ ਤਰ੍ਹਾਂ ਕੋਈ ਸਿਆਣਾ ਅੱਗੋਂ ਹੱਸ ਕੇ ਮਿਲਦਾ ਵੱਡਾ, ਇਹ ਇਸ ਤਰ੍ਹਾਂ ਮਿਲਿਆ। ਔਰ ਜਨਮ ਪੂਰਬੀ ਰਾਤ ਅੱਜ ਸੀ ਤੇ ਜਨਮ ਰਾਤ ਢਲੀ ਤਾਂ ਇਸ ਬਾਲਕ ਦਾ ਜਨਮ ਹੋਇਆ। ਤਾਂ ਜਿਸ ਵੇਲੇ ਇਹ ਸੁਨਿਆ ਤਾਂ ਪੰਡਿਤ ਬਹੁਤ ਸਿਆਣਾ ਸੀ, ਉਹਨੇ ਕਿਹਾ ਕਿ ਪਹਿਲੇ ਕਾਲੂ ਜੀ ਮੈਨੂੰ ਬਾਲਕ ਦੇ ਦਰਸ਼ਨ ਕਰਾਓ। ਤਾਂ ਫਿਰ ਮਹਿਤਾ ਕਾਲੂ ਜੀ ਅੰਦਰ ਗਏ ਬਾਲਕ ਨੂੰ ਲੈਣ। ਤਾਂ ਮਾਤਾ ਜੀ ਕਹਿਣ ਲੱਗੇ ਠੰਡ ਦੇ ਦਿਨ ਨੇ, ਮੈਂ ਨਹੀਂ ਬਾਲਕ ਦੇਣਾ। ਤਾਂ ਪੰਡਿਤ ਨੇ ਕਿਹਾ ਕੋਈ ਵਿਘਨ ਹੋਏਗਾ ਮੈਂ ਠੀਕ ਕਰਾਂਗਾ, ਤੁਸੀਂ ਬਾਲਕ ਭੇਜੋ ਬਾਹਰ, ਮੈਂ ਦਰਸ਼ਨ ਕਰਨੇ ਨੇ ਤਾਂ ਮੈਨੂੰ ਪੱਤਰੀ ਬਣਾਵਾਂਗਾ, ਜਨਮ ਪੱਤਰੀ। ਤਾਂ ਜਿਸ ਵੇਲੇ ਮਹਿਤਾ ਕਾਲੂ ਜੀ ਲੈ ਕੇ ਆਏ ਗੋਦੀ ਵਿੱਚ ਬਾਲਕ ਨੂੰ, ਤਾਂ ਪੰਡਿਤ ਦੇਖੋ ਉਹ ਵੀ ਕਿੰਨਾ ਗਿਆਨਵਾਨ ਸੀ, ਕਿੰਨਾ ਉਹਦੇ ਅੰਦਰ ਗਿਆਨ ਹੋਏਗਾ ਕਿ ਉਹ ਪੰਡਿਤ ਉੱਠ ਕੇ ਖੜਾ ਹੋ ਗਿਆ ਔਰ ਉਹਨੇ ਮੱਥਾ ਟੇਕਿਆ ਔਰ ਦਰਸ਼ਨ ਕੀਤੇ। ਐ ਨਹੀਂ ਲਿਖਿਆ ਹੋਇਆ ਸਾਖੀ ਚ ਕਿ ਉਹਨੇ ਦੇਖਿਆ ਚਿਹਰਾ ਬਾਲਕ ਦਾ ਜਾਂ ਨਹੀਂ, ਪੰਡਿਤ ਨੇ ਹੱਥ ਜੋੜ ਕੇ ਨਮਸਕਾਰ ਕਰਕੇ ਦਰਸ਼ਨ ਕੀਤੇ ਔਰ ਇੰਨਾ ਉਹ ਦਰਸ਼ਨ ਕਰਕੇ ਉਹਦਾ ਅੰਦਰ ਇਸ ਤਰ੍ਹਾਂ ਹੋ ਗਿਆ। ਔਰ ਉਹਨੇ ਫਿਰ ਕਿਹਾ ਕਿ
ਤੁਸੀਂ ਇਹਨੂੰ ਬਾਲਕ ਨੂੰ ਹੁਣ ਅੰਦਰ ਲੈ ਜਾਓ ਤੇ ਮੈਂ 13 ਦਿਨ ਬਾਅਦ ਨਾਮ ਰੱਖਾਂਗਾ ਸੋਚ ਕੇ, ਔਰ ਚੋਲਾ ਵੀ ਪਾਵਾਂਗਾ। ਤੇ 13 ਦਿਨ ਪੰਡਿਤ ਆਪਣੇ ਘਰ ਵਿਚਾਰ ਕਰਦਾ ਰਿਹਾ ਕਿ ਐਸਾ ਬਾਲਕ ਅੱਜ ਤੱਕ ਕੋਈ ਜਨਮਿਆ ਨਹੀਂ, ਜਿਸ ਮੁਹੂਰਤ ਤੇ ਇਹ ਬਾਲਕ ਜਨਮਿਆ ਹੈ। ਅੱਜ ਦਾ ਜਿਹੜਾ ਮੁਹੂਰਤ ਹੈ ਤੇ ਇਸ ਬਾਲਕ ਦੇ ਸਿਰ ਤੇ ਕੋਈ ਛਤਰ ਫਿਰਨਾ ਚਾਹੀਦਾ। ਹੁਣ ਕਿਹੜਾ ਛਤਰ ਫਿਰੇਗਾ ਮੈਂ ਸੋਚਣਾ। ਤਾਂ ਫਿਰ 13 ਦਿਨ ਬਾਅਦ ਜਿਸ ਵੇਲੇ ਪੰਡਿਤ ਜੀ ਆਏ ਔਰ ਉਹਨਾਂ ਨੇ ਨਾਮ ਰੱਖਿਆ ਨਾਨਕ ਨਿਰੰਕਾਰੀ, ਤਾਂ ਮਹਿਤਾ ਕਾਲੂ ਕਹਿਣ ਲੱਗੇ ਕਿ ਪੰਡਿਤ ਜੀ ਇਹ ਨਾਮ ਕਿਉਂ ਰੱਖਿਆ, ਤੁਸੀਂ ਇਹ ਨਾਮ ਨਹੀਂ ਸੀ ਰੱਖਣਾ, ਇਹ ਤੇ ਨਾਮ ਹਿੰਦੂ ਔਰ ਮੁਸਲਮਾਨ ਦੋਨੋਂ ਦਾ ਸਾਂਝਾ ਨਾਮ ਹੈ, ਇਹਦੇ ਤੋਂ ਤੇ ਕੁਝ ਸਮਝ ਹੀ ਨਹੀਂ ਆ ਰਿਹਾ ਕਿ ਬਾਲਕ ਹਿੰਦੂ ਹੈ ਕਿ ਮੁਸਲਮਾਨ ਹੈ। ਤਾਂ ਫਿਰ ਮਹਿਤਾ ਕਾਲੂ ਨੂੰ ਪੰਡਿਤ ਹਰਦਿਆਲ ਨੇ ਕਿਹਾ ਕਿ ਅੱਜ ਤੱਕ ਜਿੰਨੇ ਅਵਤਾਰੀ ਪੁਰਸ਼ ਹੋਏ ਨੇ, ਰਾਮਚੰਦਰ ਜੀ ਹੋਏ ਨੇ, ਉਹਨਾਂ ਨੂੰ ਹਿੰਦੂ ਮੰਨਦੇ ਨੇ, ਕ੍ਰਿਸ਼ਨ ਜੀ ਨੂੰ ਹਿੰਦੂ ਮੰਨਦੇ ਨੇ, ਮੁਹੰਮਦ ਸਾਹਿਬ ਨੂੰ ਮੁਸਲਮਾਨ ਮੰਨਦੇ ਨੇ, ਲੇਕਿਨ ਇਹ ਜੋ ਬਾਲਕ ਅਵਤਾਰੀ ਪੁਰਸ਼ ਨੇ ਜਨਮ ਲਿਆ ਇਹਨੂੰ ਹਿੰਦੂ ਮੁਸਲਮਾਨ ਦੋਨੋਂ ਮੰਨਣਗੇ, ਆਪਣਾ ਗੁਰੂ ਆਪਣਾ ਪੀਰ ਮੰਨਣਗੇ। ਪਸ਼ੂ ਪਕਸ਼ੀ ਵਨਸਪਤੀ ਦੇਵੀ ਦੇਵਤੇ ਭੂਤ ਪ੍ਰੇਤ ਰਾਖਸ਼ ਜ਼ਮੀਨ ਅਸਮਾਨ ਜਲ ਥਲ ਇਹਨੂੰ ਰਸਤਾ ਦੇਗਾ, ਇਹਦਾ ਰਸਤਾ ਕੋਈ ਨਹੀਂ ਰੋਕੇਗਾ। ਸਾਰੇ ਤ੍ਰਿਭਵਨ ਵਿੱਚ ਨਾਨਕ ਨਾਨਕ ਹੋ ਜਾਏਗਾ। ਐਸਾ ਕੋਈ ਬਾਲਕ ਅੱਜ ਤੱਕ ਜਨਮਿਆ ਨਹੀਂ ਹੈ। ਔਰ ਮੈਨੂੰ ਇਸ ਗੱਲ ਦੀ ਬੜੀ ਮਨ ਵਿੱਚ ਇੱਕ ਖਿੱਚ ਪੈ ਰਹੀ ਹੈ ਕਿ ਮੇਰੀ ਉਮਰ ਬਹੁਤ ਹੋ ਗਈ ਹੈ, ਪਤਾ ਨਹੀਂ ਮੈਂ ਇਸ ਬਾਲਕ ਦੀ ਲੀਲਾ ਦੇਖ ਪਾਵਾਂਗਾ ਕਿ ਨਹੀਂ ਦੇਖ ਪਾਵਾਂਗਾ, ਤੇ ਤੂੰ ਬੜਾ ਭਾਗਾ ਵਾਲਾ ਹੈ ਜੋ ਤੇਰੇ ਘਰ ਐਸੇ ਬਾਲਕ ਨੇ ਜਨਮ ਲਿਆ। ਤਾਂ ਫਿਰ ਮਹਿਤਾ ਕਾਲੂ ਜੀ ਸਾਰੀਆਂ ਗੱਲਾਂ ਸੁਣ ਕੇ ਬਹੁਤ ਖੁਸ਼ ਹੋਏ ਔਰ ਉਹਨਾਂ ਨੇ ਬਹੁਤ ਵਧਾਈ ਵੰਡੀ। ਤਾਂ ਅੱਜ ਜੋ ਅਸੀਂ ਕੁਝ ਸੂਤਰ ਲੈ ਰਹੇ ਹਾਂ, ਮੈਂ ਹਰ ਵਾਰ ਕੋਸ਼ਿਸ਼ ਕਰਨੀ ਹੈ ਕਿ ਮੈਂ ਕੁਝ ਨਵਾਂ ਲੈ ਕੇ ਆਵਾਂ, ਨਵੀਂ ਕੋਈ ਚੀਜ਼ ਮੇਰੀ ਸਮਝ ਵਿੱਚ ਆਏ ਔਰ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ। ਹੁਣ ਦੇਖੋ, ਦਾਈ ਦੌਲਤਾਂ ਦੇ ਨਾਨੀ ਨੇ ਉਹਦਾ ਨਾਮ ਦੌਲਤਾਂ ਰੱਖਿਆ। ਅੱਜ ਅਸੀਂ ਪਾਵਰ ਆਫ ਵਰਡਸ ਦੀ ਗੱਲ ਕਰਨੇ ਆ ਕਿ ਜੋ ਸ਼ਬਦ ਅਸੀਂ ਬੋਲਨੇ ਆ ਉਹ ਯੂਨੀਵਰਸ ਵਿੱਚ એનર્ਜੀ ਲੈ ਕੇ ਜਾਂਦੇ ਨੇ, ਉਹ ਮੈਨੀਫੈਸਟ ਹੋ ਕੇ ਵਾਪਸ ਆਉਂਦੇ ਨੇ। ਤਾਂ ਉਹ ਦੌਲਤਾਂ ਜਿਸ ਵੇਲੇ ਬਾਰ-ਬਾਰ ਉਹਦਾ ਨਾਮ ਉਚਾਰਨ ਕੀਤਾ ਜਾਂਦਾ ਸੀ ਤਾਂ ਉਹਨੂੰ ਸਾਰੀ ਸੰਸਾਰ ਦੀ ਸ੍ਰਿਸ਼ਟੀ ਦੀ ਦੌਲਤ ਉਹਦੀ ਝੋਲੀ 'ਚ ਪੈ ਗਈ ਔਰ ਉਹ ਇੰਨੀ ਤ੍ਰਿਪਤ ਹੋ ਗਈ ਕਿ ਜਨਮਾਂ ਦੀ ਉਹਦੀ ਭੁੱਖ ਮਿਟ ਗਈ। ਔਰ ਰਹਿੰਦੀ ਦੁਨੀਆ ਤੱਕ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਲਿਆ ਜਾਏਗਾ ਉੱਥੇ ਦਾਈ ਦੌਲਤਾਂ ਦਾ ਨਾਮ ਲਿਆ ਜਾਏਗਾ। ਸਭ ਤੋਂ ਪਹਿਲੇ ਦਾਈ ਦੌਲਤਾਂ ਨੇ ਦਰਸ਼ਨ ਕੀਤੇ। ਕਿੰਨੀ ਸਾਡੇ ਨਾਮ ਦੀ ਸ਼ਕਤੀ ਕਿੰਨੀ, ਅਗਰ ਅਸੀਂ ਸਮਝੀਏ, ਸਾਡੇ ਜੋ ਅਕਸ਼ਰ ਨੇ ਨਾਮ ਦੇ, ਸਾਡੇ ਜੋ ਬੋਲਨੇ ਦੇ ਬੋਲ ਨੇ, ਉਹਦੀ ਕਿੰਨੀ ਸ਼ਕਤੀ ਹੈ। ਉਹ ਮੈਨੀਫੈਸਟ ਹੋਣ 'ਚ ਹੋ ਸਕਦਾ ਟਾਈਮ ਲੱਗੇ, ਲੇਕਿਨ ਉਹ ਮੈਨੀਫੈਸਟ ਜ਼ਰੂਰ ਹੁੰਦੇ ਨੇ ਯੂਨੀਵਰਸ ਵਿੱਚ। ਇਸ ਲਈ ਸਾਨੂੰ ਬਾਰ-ਬਾਰ ਪਤਰੀ ਸਰ ਵੀ ਇਹੀ ਕਹਿੰਦੇ ਰਹੇ ਕਿ ਸੋਚ ਸਮਝ ਕੇ ਬੋਲੋ, ਸਾਇੰਟਿਫਿਕ ਵਰਡਸ ਯੂਜ਼ ਕਰੋ, ਸਾਇੰਟਿਫਿਕ ਲੈਂਗੁਏਜ ਯੂਜ਼ ਕਰੋ। ਜ਼ਬਾਨ ਦਿੱਤੀ ਹੈ ਔਰ ਬੋਲਦੇ ਰਹਿਣਾ, ਐਸਾ ਨਹੀਂ ਹੈ। ਬਹੁਤ ਹੀ ਵਿਚਾਰ ਕਰਕੇ ਤਾਂ ਤੁਸੀਂ ਬੋਲੋ। ਔਰ ਇਹ ਸਭ ਤੋਂ ਪਹਿਲਾ ਸਬਕ ਜਿਹੜਾ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸਿੱਖ ਰਹੇ ਹਾਂ ਕਿ ਅਸੀਂ ਬੋਲਣਾ ਕਿਸ ਤਰ੍ਹਾਂ ਹੈ ਔਰ ਦੂਸਰੇ ਨੂੰ ਬੁਲਾਣਾ ਕਿਸ ਤਰ੍ਹਾਂ ਹੈ। ਅੱਜ ਕੱਲ ਅਸੀਂ ਬਹੁਤ ਅਪਸ਼ਬਦ ਇਸਤੇਮਾਲ ਕਰਨੇ ਆ ਦੂਜਿਆਂ ਵਾਸਤੇ, ਲੇਕਿਨ ਉਹ ਬਹੁਤ ਗਲਤ ਹੈ। ਸਾਨੂੰ ਹਰ ਇੱਕ ਦਾ ਪੂਰਾ ਨਾਮ ਇੱਜ਼ਤ ਮਾਣ ਨਾਲ ਲੈਣਾ ਚਾਹੀਦਾ ਹੈ, ਕਿਉਂਕਿ ਹਰ ਇੱਕ ਦੇ ਨਾਮ ਵਿੱਚ એનર્ਜੀ ਹੈ, ਊਰਜਾ ਹੈ, ਔਰ सम्मान ਨਾਲ ਆਦਰ ਮਾਣ ਨਾਲ ਉਹਦਾ ਨਾਮ ਲੈਣਾ ਚਾਹੀਦਾ ਹੈ। ਔਰ ਫਿਰ ਉਹੀ એનર્ਜੀ ਮੈਨੀਫੈਸਟ ਹੋਣ ਲੱਗ ਜਾਂਦੀ ਹੈ। ਤਾਂ ਨਨਕਾਣਾ ਸਾਹਿਬ ਜੋ ਗੁਰਦੁਆਰਾ ਜਿੱਥੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਘਰ ਜੋ ਪ੍ਰਕਾਸ਼ ਹੋਇਆ, ਉਹ ਅੱਜ ਕੱਲ ਪਾਕਿਸਤਾਨ ਵਿੱਚ ਹੈ ਔਰ ਹੁਣ ਤੇ ਧੀਰੇ ਧੀਰੇ ਲੋਕ ਜਾਂਦੇ ਨੇ ਦਰਸ਼ਨ ਕਰਨ। ਤਾਂ ਇਸ ਤਰ੍ਹਾਂ ਫਿਰ ਮਾਤਾ ਤ੍ਰਿਪਤਾ ਜੀ ਜਿਹੜੇ ਸਨ ਉਹਨਾਂ ਨੂੰ ਬਹੁਤ ਵਧਾਈਆਂ ਲੋਕਾਂ ਨੇ ਦਿੱਤੀਆਂ। ਔਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਮਾਈ ਬਹੁਤ ਹੀ ਜ਼ਿਆਦਾ, ਸਿੱਧਾ ਨੇ ਕਿਹਾ ਕਿ ਬਹੁਤ ਭਾਰੀ ਕਮਾਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ, ਜੋ ਉਹਨਾਂ ਨੇ ਧਰਤੀ ਤੇ ਆ ਕੇ ਜੋਤ ਜਗਾਈ। ਹੁਣ ਸਾਨੂੰ ਲੱਗਦਾ ਹੈ, ਇੱਕ ਦੂਸਰਾ ਸਿਧਾਂਤ ਅਸੀਂ ਲੈਂਦੇ ਹਾਂ, ਸਾਨੂੰ ਲੱਗਦਾ ਹੈ ਕਿ ਉਹ ਤੇ ਅਵਤਾਰੀ ਪੁਰਸ਼ ਸੀ ਤੇ ਉਹ ਤੇ ਸ਼ਕਤੀਆਂ ਲੈ ਕੇ ਆਏ ਸੀ, ਇਸ ਵਾਸਤੇ ਉਹਨਾਂ ਨੇ ਆਂਦੇ ਹੀ ਆਪਣੇ ਸ਼ਕਤੀਆਂ ਦਾ ਉਹਨਾਂ ਨੇ ਪ੍ਰਗਟਾਵਾ ਕੀਤਾ, ਜਾਂ ਉਹਨਾਂ ਨੂੰ ਕੋਈ ਕਸ਼ਟ ਜਾਂ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਆਈ ਨਹੀਂ ਜ਼ਿੰਦਗੀ 'ਚ, ਕਿਉਂਕਿ ਉਹ ਤੇ ਅਵਤਾਰੀ ਪੁਰਸ਼ ਸੀ। ਲੇਕਿਨ ਬਾਣੀ ਇਹ ਕਹਿੰਦੀ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਹੁਤ ਕਾਲ ਕਮਾਈ ਕੀਤੀ ਪਹਿਲੇ। ਇਸ ਚੀਜ਼ ਨੂੰ ਬਾਣੀ ਪ੍ਰਮਾਣਿਤ ਕਰਦੀ ਹੈ, ਮੈਂ ਆਪਣੇ ਕੋਲੋਂ ਕੁਝ ਨਹੀਂ ਦੱਸ ਰਹੀ। ਪਹਿਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਪਰਮਾਤਮਾ ਦੀ ਬਖਸ਼ਿਸ਼ ਹੋਈ, ਜਿਸ ਵੇਲੇ ਨਿਰੰਕਾਰ ਨੇ ਸੋਚਿਆ ਕਿ ਮੈਂ ਹੁਣ ਆਕਾਰ ਲੈ ਕੇ ਮਾਤਲੋਕ ਤੇ ਜਾਣਾ ਹੈ ਧਰਤੀ ਦਾ ਉद्धार ਕਰਨ ਲਈ। ਜਿਸ ਵੇਲੇ ਧਰਤੀ ਨੇ ਪੁਕਾਰ ਕੀਤੀ
ਤਾਂ ਉਹਨਾਂ ਨੇ ਨਿਰੰਕਾਰ ਨੇ ਸੋਚਿਆ ਕਿ ਹੁਣ ਆਕਾਰ ਲੈ ਕੇ ਧਰਤੀ ਤੇ ਜਾਣਾ ਹੈ ਤੇ ਨਾਨਕ ਰੂਪ ਬਣਾਇਆ। ਔਰ ਪਹਿਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਕੀਤੀ। ਫਿਰ ਉਹਨਾਂ ਨੇ ਬਹੁਤ ਕਾਲ ਕਮਾਈ ਕੀਤੀ, ਬਹੁਤ ਕਾਲਨਾ ਕਾਲੀ। ਬਾਣੀ ਇਹ ਕਹਿੰਦੀ ਹੈ ਕਿ ਰੇਤ ਅੱਕ ਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ। ਰੇਤ ਔਰ ਉਹ ਜਿਹੜੇ ਅੱਕ ਦਾ ਜਿਹੜਾ ਪੌਦਾ ਹੁੰਦਾ, ਜਿਹੜਾ ਬੜਾ ਜ਼ਹਿਰੀਲਾ ਹੁੰਦਾ, ਮਤਲਬ ਉਹ ਆਹਾਰ ਕੀਤਾ ਉਹਨਾਂ ਨੇ, ਔਰ ਰੋੜਾਂ ਦੀ ਪੱਥਰਾਂ ਦੀ ਵਿਛਾਈ ਕਰਕੇ ਉਹਦੇ ਤੇ ਉਹਨਾਂ ਨੇ ਆਪਣਾ ਬਿਸਤਰ ਬਣਾਇਆ। ਯਾਨੀ ਅਗਰ ਅਸੀਂ ਇਹਦਾ ਭਾਵ ਅਰਥ ਕੱਢਾਂਗੇ ਤਾਂ ਉਹਨਾਂ ਨੇ ਖਾਣ ਪੀਣ ਭੁੱਖ ਪਿਆਸ ਸਭ ਛੱਡ ਕੇ ਇੰਨੀ ਸਾਧਨਾ ਕੀਤੀ, ਸੁੱਖ ਦੁੱਖ ਸਭ ਕੁਝ ਸਿਆ। ਰੋੜਾਂ ਕੀ ਗੁਰ ਕਰੀ ਵਿਛਾਈ, ਮਤਲਬ ਜੋ ਵੀ ਸਾਧਨਾ ਦੇ ਰਸਤੇ 'ਚ ਕਸ਼ਟ ਆਏ ਉਹਨਾਂ ਨੇ ਉਹ ਸਾਰੇ ਕਸ਼ਟ ਸਹੇ। ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓ ਬਣਾਈ। ਬਹੁਤ ਭਾਰੀ ਤਪੱਸਿਆ ਕੀਤੀ ਤਾਂ ਪਰਮਾਤਮਾ ਨਾਲ ਉਹਨਾਂ ਦੀ ਨੇੜਤਾ ਹੋਈ, ਅਭੇਦਤਾ ਹੋਈ। ਫਿਰ ਉਹ ਪਰਮਾਤਮਾ ਦੇ ਦਰ ਤੇ ਪਹੁੰਚੇ ਇੰਨੀ ਤਪੱਸਿਆ ਕਰਕੇ, ਤੇ ਪਰਮਾਤਮਾ ਦੇ ਦਰ ਤੋਂ ਫਿਰ ਉਹਨਾਂ ਨੂੰ ਸ਼ਕਤੀਆਂ ਪ੍ਰਾਪਤ ਹੋਈਆਂ ਸਾਰੀਆਂ, 9 ਨਿਧੀਆਂ, ਸਿੱਧੀਆਂ, ਨਾਮ ਔਰ ਗਰੀਬੀ। ਗੁਰੂ ਨਾਨਕ ਦੇਵ ਜੀ ਦੇ ਬਾਰੇ 'ਚ ਕਿਹਾ ਜਾਂਦਾ ਹੈ ਗਰੀਬੀ। ਔਰ ਮੈਂ ਕਹਾਂਗੀ ਕਿ ਜਿੱਥੇ ਵੀ ਤੁਹਾਨੂੰ ਲੱਗੇ ਕਿ ਕੋਈ ਸ਼ਬਦ, ਕਿਉਂਕਿ ਹੁਣ ਸਾਡੇ ਲਈ ਗਰੀਬੀ ਸ਼ਬਦ ਜਿਹੜਾ ਹੈ ਉਹ ਬੜਾ ਕਾਮਨ ਹੈ, ਜਿਹਨੂੰ ਪੰਜਾਬੀ ਵਿੱਚ ਹੰਬਲਨੈਸ ਕਿਹਾ ਜਾਂਦਾ ਹੈ, ਵਿਨਮਰਤਾ। ਲੇਕਿਨ ਜੋ ਹਿੰਦੀ ਵਾਲੇ ਨੇ ਉਹ ਸਮਝਣਗੇ ਗਰੀਬੀ ਮਤਲਬ ਜੋ ਅਮੀਰੀ ਗਰੀਬੀ ਵਾਲੀ ਗਰੀਬੀ। ਤੇ ਇਸ ਤਰ੍ਹਾਂ ਕੋਈ ਵੀ ਸ਼ਬਦ ਤੁਹਾਨੂੰ ਲੱਗੇ ਕਿ ਇਹਦਾ ਮਤਲਬ ਕੀ ਅਲੱਗ ਹੋ ਸਕਦਾ ਤੇ ਤੁਸੀਂ ਜ਼ਰੂਰ ਮੇਰੇ ਕੋਲੋਂ ਪੁੱਛ ਲਿਆ ਕਰੋ, ਕਿਉਂਕਿ ਮੈਨੂੰ ਲੱਗਦਾ ਕਿ ਮੈਨੂੰ ਇਹ ਤੇ ਬਚਪਨ ਤੋਂ ਹੀ ਪਤਾ ਤੇ ਸਾਰਿਆਂ ਨੂੰ ਪਤਾ ਹੋਏਗਾ। ਤਾਂ ਬਾਬਾ ਪੈਦਾ ਸੱਚਖੰਡ 9 ਨਿਧ ਨਾਮ ਗਰੀਬੀ ਪਾਈ, ਕਿ ਜਿਸ ਵੇਲੇ ਉਹ ਫਿਰ ਪਰਮਾਤਮਾ ਦੇ ਦਰਬਾਰ ਤੇ ਸੱਤੇ ਲੋਕ ਬੈਕੁੰਠ ਵਿੱਚ ਗਏ, ਸੱਚਖੰਡ ਗਏ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਆ, ਤੇ ਪਰਮਾਤਮਾ ਦਾ ਨਾਮ 9 ਨਿਧੀਆਂ ਤੇ ਗਰੀਬੀ ਪਾਈ। ਮਤਲਬ ਉਹਨਾਂ ਨੇ ਵਿਨਮਰਤਾ ਇੰਨੀ ਪਾਈ ਪਰਮਾਤਮਾ ਕੋਲੋਂ ਕਿ ਜਿਸ ਵੇਲੇ ਇੱਕ ਫਕੀਰ ਕੋਲ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਯਾਤਰਾ ਦੇ ਦੌਰਾਨ ਗਏ ਤਾਂ ਉਹਨੂੰ ਆਪਣੀਆਂ ਸਿੱਧੀਆਂ ਦਾ ਬੜਾ ਹੰਕਾਰ ਸੀ। ਤਾਂ ਉਹਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਤੁਸੀਂ ਜੋ ਕਹਿੰਦੇ ਹੋ ਮੈਂ ਤੁਹਾਨੂੰ ਪਰਮਾਤਮਾ ਕੋਲੋਂ ਲੈ ਦੇਣਾ, ਮੰਗੋ ਤੁਸੀਂ ਕੀ ਮੰਗਦੇ ਹੋ। ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਤੂੰ ਪਰਮਾਤਮਾ ਦੇ ਦਰ ਤੋਂ ਸਾਨੂੰ ਇੱਕ ਪਾ ਵਿਨਮਰਤਾ ਲਿਆ ਦੇ, ਮਤਲਬ ਇੱਕ ਪਾ ਗਰੀਬੀ ਲਿਆ ਦੇ। ਕਹਿ ਲਗਾ ਇਹ ਤੇ ਬੜਾ ਆਸਾਨ ਹੈ, ਮੈਂ ਲਿਆ ਦਿਆਂਗਾ। ਅੱਜ ਰਾਤੀ ਮੈਂ ਸਾਧਨਾ 'ਚ ਬੈਠਾਂਗਾ ਤੇ ਮੈਂ ਤੁਹਾਨੂੰ ਗਰੀਬੀ ਲਿਆ ਕੇ ਦੇ ਦਾਂਗਾ ਇੱਕ ਪਾ, ਮੈਂ ਅੱਲਾਹ ਕੋਲੋਂ ਮੰਗ ਲਾਂਗਾ। ਉਹਨਾਂ ਨੇ ਕਿਹਾ ਬਸ ਸਾਨੂੰ ਹੋਰ ਕੁਝ ਨਹੀਂ ਚਾਹੀਦਾ, ਸਾਨੂੰ ਉਹ ਵਿਨਮਰਤਾ, ਉਹ ਗਰੀਬੀ ਚਾਹੀਦੀ ਹੈ। ਜਿਸ ਵੇਲੇ ਉਹ ਪਰਮਾਤਮਾ ਨਾਲ ਜੁੜਿਆ ਔਰ ਉਹਨੇ ਪਰਮਾਤਮਾ ਨੂੰ ਕਿਹਾ ਕਿ ਅੱਜ ਮੇਰੇ ਕੋਲ ਇੱਕ ਆਇਆ ਹੈ, ਸਿੱਧ ਪੁਰਸ਼ ਆਇਆ ਔਰ ਉਹਨੇ ਇੱਕ ਚੀਜ਼ ਮੰਗੀ ਹੈ ਤੇ ਮੈਂ ਤੁਹਾਡੇ ਕੋਲੋਂ ਲੈਣ ਆਇਆ। ਉਹਨੇ ਕਿਹਾ ਕਿ ਇੱਕ ਪਾ ਗਰੀਬੀ ਲੈ ਆਓ ਤੇ ਮੈਨੂੰ ਤੁਸੀਂ ਇੱਕ ਪਾ ਗਰੀਬੀ ਦੇ ਦਿਓ ਤਾਂ ਕਿ ਮੈਂ ਉਸ ਸਿੱਧ ਪੁਰਸ਼ ਨੂੰ, ਉਹ ਤਪਸਵੀ ਨੂੰ ਉਹ ਗਰੀਬੀ ਦੇ ਦਾਂ। ਤਾਂ ਨਿਰੰਕਾਰ ਨੇ ਹੱਸ ਕੇ ਕਿਹਾ ਕਿ ਤੇਰੇ ਦਰ ਤੇ ਗੁਰੂ ਨਾਨਕ ਤੇ ਨਹੀਂ ਆਇਆ। ਉਹ ਕਹਿਣ ਲੱਗੇ ਮਤਲਬ, ਉਹ ਕਹਿਣ ਲੱਗੇ ਕਿ 3 ਪਾ ਗਰੀਬੀ ਤੇ ਉਹ ਪਹਿਲੇ ਹੀ ਲੈ ਗਏ ਹੋਏ ਨੇ ਸਾਡੇ ਕੋਲੋਂ, ਤੇ ਜਿਹੜੀ ਬਾਕੀ ਇੱਕ ਪਾ ਬਚੀ ਏ ਉਹ ਅਸੀਂ ਸਾਰੇ ਸੰਸਾਰ ਵਿੱਚ ਵੰਡੀਏ। ਤੇ ਪਹਿਲੇ ਹੀ ਉਹ ਸਾਰੀ ਗਰੀਬੀ ਲੈ ਗਏ ਤੇ ਇੱਕ ਪਾ ਹੁਣ ਤੂੰ ਕਿੱਥੋਂ ਲੈਣ ਆਇਆ? ਉਹ 3 ਪਾ ਤੇ ਪਹਿਲੇ ਲੈ ਕੇ ਚਲੇ ਗਏ, ਇੱਕ ਪਾ ਗਰੀਬੀ ਅਸੀਂ ਸਾਰੇ ਸੰਸਾਰ 'ਚ ਵੰਡੀਏ। ਹੁਣ ਕਿੰਨਾ ਕਮਾਲ ਦਾ ਸੂਤਰ ਹੈ। ਉਹਨਾਂ ਨੇ ਇਹ ਨਹੀਂ ਕਿਹਾ ਮੈਂ ਗੁਰੂ ਨਾਨਕ ਆ ਤੂੰ ਮੈਨੂੰ ਕੀ ਦੇ ਸਕਣਾ ਹੈ, ਲੇਕਿਨ ਉਹਨਾਂ ਨੇ ਉਹਦਾ ਫਿਰ ਹੰਕਾਰ ਚੂਰ ਚੂਰ ਹੋ ਗਿਆ। ਤੇ ਫਿਰ ਉਹਨੇ ਕਿਹਾ ਕਿ ਗੁਰੂ ਨਾਨਕ ਹੀ ਆਏ ਨੇ ਮੇਰੇ ਦਰ ਤੇ। ਫਿਰ ਉਹਨੇ ਆ ਕੇ ਹੱਥ ਜੋੜੇ, ਉਹਨੇ ਕਿਹਾ ਕਿ ਮੈਂ ਨਹੀਂ, ਜੋ ਤੁਸੀਂ ਮੰਗ ਰਹੇ ਹੋ ਮੈਂ ਨਹੀਂ ਲਿਆ ਸਕਦਾ ਨਿਰੰਕਾਰ ਦੇ ਦਰ ਤੋਂ, ਤੁਸੀਂ ਤੇ ਪਹਿਲੇ ਹੀ ਇੰਨੀ ਗਰੀਬੀ ਲੈ ਕੇ ਆਏ ਹੋਏ ਹੋ। ਤੇ ਹੁਣ ਅਸੀਂ ਕਹਿੰਦੇ ਆ ਕਿ ਸਪਿਰਿਚੁਅਲਿਟੀ ਦੇ ਰਸਤੇ ਤੇ ਸਾਨੂੰ ਹੰਕਾਰ ਨਹੀਂ ਆਣਾ ਚਾਹੀਦਾ, ਹੰਕਾਰ ਨਹੀਂ ਆਣਾ ਚਾਹੀਦਾ। ਹੁਣ ਤੁਸੀਂ ਖੁਦ ਸੋਚ ਕੇ ਦੇਖੋ ਕਿ 3 ਪਾ ਗਰੀਬੀ ਅਗਰ ਸ਼੍ਰੀ ਗੁਰੂ ਨਾਨਕ ਦੇਵ ਜੀ ਲੈ ਆਏ ਔਰ ਇੱਕ ਪਾ ਗਰੀਬੀ ਸਾਰੇ ਸੰਸਾਰ ਵਿੱਚ ਵੰਡੀ ਗਈ, ਤੇ ਕੁਦਰਤ ਦਾ ਖੇਲ ਹੈ ਇੱਕ, ਹੰਕਾਰ ਔਰ ਵਿਨਮਰਤਾ ਬੰਦੇ ਦੇ ਅੰਦਰ ਆਂਦੀ ਏ। ਤੇ ਜਰਾ ਜਰਾ ਜੀ ਗੱਲ ਤੋਂ ਸੀ ਇੰਨੇ ਹੰਕਾਰੀ ਹੋ ਜਾਂਦੇ, ਮੇਰੀ ਆਵਾਜ਼ ਬੜੀ ਅੱਛੀ ਏ, ਮੈਨੂੰ ਗਿਆਨ ਬੜਾ ਏ, ਮੈਂ ਸੋਹਣਾ ਬੜਾ, ਮੇਰੇ ਕੋਲ ਪੈਸਾ ਬੜਾ। ਛੋਟੀ ਛੋਟੀ ਗੱਲ ਦਾ ਸਾਨੂੰ ਹੰਕਾਰ ਹੋ ਜਾਂਦਾ। ਫਿਰ ਪਰਮਾਤਮਾ ਸਾਡਾ ਹੰਕਾਰ ਤੋੜਦਾ, ਤਾਂ ਅਸੀਂ ਦੁੱਖ ਆਂਦਾ ਹੈ ਫਿਰ ਥੋੜਾ ਜਿਹਾ ਅਸੀਂ ਝੁਕਨੇ ਆ। ਤੇ ਇਸ ਤਰ੍ਹਾਂ ਫਿਰ ਉਹਦਾ ਹੰਕਾਰ ਤੋੜਿਆ। ਉਹ ਗਰੀਬੀ ਸ਼੍ਰੀ ਗੁਰੂ ਨਾਨਕ ਦੇਵ ਜੀ ਉਹ ਵਿਨਮਰਤਾ ਦੀ ਦਾਤ ਪਰਮਾਤਮਾ ਦੇ ਦਰ ਤੋਂ ਲੈ ਕੇ ਆਏ। ਫਿਰ ਉਹਨਾਂ ਨੇ ਧਿਆਨ ਧਰ ਕੇ ਦੇਖਿਆ, ਉੱਥੇ ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦੀ ਸਾਈ। ਹੋਰ ਉਹਨਾਂ ਨੇ ਸਾਧਨਾ ਕਰ ਲਈ, ਪਰਮਾਤਮਾ ਨੂੰ ਪਾ ਲਿਆ, ਪਰਮਾਤਮਾ ਤੋਂ ਸ਼ਕਤੀਆਂ ਲੈ ਲਈਆਂ, ਸਭ ਕੁਝ ਲਿਆ, ਲੇਕਿਨ ਇੱਥੇ ਖਤਮ ਨਹੀਂ ਹੋਇਆ। ਫਿਰ ਉਹਨਾਂ ਨੇ ਧਿਆਨ ਕਰਕੇ ਧਰਤੀ ਵੱਲ ਦੇਖਿਆ ਔਰ ਦੇਖਿਆ ਕਿ ਸਾਰੀ ਧਰਤੀ ਜਲ ਰਹੀ ਹੈ। ਕਿਸ ਚੀਜ਼ ਨਾਲ ਜਲ ਰਹੀ ਹੈ? ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਸ਼ਾ, ਦਵੇਸ਼, ਇੱਕ ਦੂਜੇ ਨਾਲ ਨਫ਼ਰਤ, ਇਹ ਸਾਰੀਆਂ ਚੀਜ਼ਾਂ ਨਾਲ ਧਰਤੀ ਜਲ ਰਹੀ ਹੈ।
ਤੇ ਫਿਰ ਉਹਨਾਂ ਦੇ ਦਿਲ ਵਿੱਚ ਪਰਉਪਕਾਰ ਆਇਆ। ਧਰਤੀ ਦੀ ਪੁਕਾਰ ਸੁਣ ਕੇ ਫਿਰ ਉਹਨਾਂ ਨੇ ਧਰਤੀ ਤੇ ਜਿਹੜੇ ਮਨੁੱਖ ਨੇ, ਜਿਹੜਾ ਇੰਨਾ ਹਨੇਰਾ ਛਾਇਆ ਹੋਇਆ ਹੈ, ਅੰਧ ਗੁਬਾਰ ਜਿਹੜਾ ਧਰਤੀ ਤੇ ਛਾਇਆ ਹੈ, ਔਰ ਹੈ ਕਰਦੀ ਸੁਣੀ ਲੁਕਾਈ, ਬਾਝੋ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਕੋਈ ਸੱਚਾ ਗੁਰੂ ਨਹੀਂ ਹੈ ਇਸ ਟਾਈਮ ਧਰਤੀ ਤੇ ਜਿਹੜਾ ਰਸਤਾ ਦੱਸੇ, ਤੇ ਸਾਰੇ ਲੋਕ ਜਿਹੜੇ ਨੇ ਉਹ ਹੈ ਮਤਲਬ ਹਾਏ ਕਰ ਰਹੇ ਕਿ ਕੋਈ ਤੇ ਆਏ ਸਾਨੂੰ ਸੱਚ ਦਾ ਰਸਤਾ ਦੱਸੇ। ਪੁਕਾਰ ਕਰ ਰਹੇ ਨੇ ਨਿਰੰਕਾਰ ਅੱਗੇ, ਬਾਝੋ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਸਾਰੇ ਹੈ ਕਰ ਰਹੇ ਨੇ, ਮਤਲਬ ਪੁਕਾਰ ਕਰ ਰਹੇ ਨੇ ਨਿਰੰਕਾਰ ਅੱਗੇ ਕਿ ਕੋਈ ਤੇ ਗੁਰੂ ਆਏ ਜਿਹੜਾ ਸਾਨੂੰ ਇਸ ਅੰਧਕਾਰ ਚੋਂ ਬਾਹਰ ਕੱਢੇ। ਤੇ ਫਿਰ ਸ਼੍ਰੀ ਗੁਰੂ ਨਾਨਕ ਦੇਵ ਜੀ ਧਰਤੀ ਤੇ ਅਵਤਾਰ ਧਾਰਨ ਕਰਕੇ ਆਏ। ਬਾਝੋ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਸੁਣਿਆ ਉਹਨਾਂ ਨੇ ਕਿ ਕਿਸ ਤਰ੍ਹਾਂ ਲੋਕ ਤੜਪ ਰਹੇ ਨੇ ਕਿ ਕੋਈ ਤੇ ਸੱਚ ਦਾ ਰਸਤਾ ਆ ਕੇ ਦੱਸੇ, ਸਾਨੂੰ ਇਸ ਅੰਧਕਾਰ ਤੋਂ ਬਾਹਰ ਕੱਢੇ। ਫਿਰ ਬਾਬੇ ਪੇਖ ਬਣਾਇਆ, ਉਦਾਸੀ ਕੀ ਰੀਤ ਚਲਾਈ। ਹੁਣ ਇੱਥੇ ਉਦਾਸੀ ਅਸੀਂ ਸਮਝਿਆ ਕਿ ਉਦਾਸ ਹੋ ਕੇ ਬੈਠ ਜਾਓ, ਹੈ ਉਦਾਸੀ। ਮੈਨੂੰ ਬੀਬਾ ਮੈਡਮ ਬੜੀ ਵਾਰ ਕਹਿੰਦੇ ਕਿ ਤੁਹਾਨੂੰ ਇਹ ਸ਼ਬਦ ਬੜੇ ਰੱਟੇ ਹੋਏ ਨੇ, ਲੇਕਿਨ ਸਾਨੂੰ ਇਹਨਾਂ ਸ਼ਬਦਾਂ ਦਾ ਮਤਲਬ ਨਹੀਂ ਪਤਾ, ਤਾਂ ਮੈਂ ਹੁਣ ਨਾਲੋਂ ਨਾਲ ਥੋੜਾ ਇਸ ਵਾਸਤੇ ਐਕਸਪਲੇਨ ਕਰ ਰਹੀ ਹਾਂ ਕਿ ਇਹ ਉਦਾਸੀ ਦਾ ਮਤਲਬ ਹੈ ਕਿ ਸੁੱਖ ਦੁੱਖ ਤੋਂ ਮਨ ਉਪਰਾਮ ਹੋ ਜਾਣਾ, ਮਾਨ ਅਪਮਾਨ ਸੁੱਖ ਦੁੱਖ ਤੋਂ ਉੱਤੇ ਉੱਠ ਜਾਣਾ, ਉਹਨੂੰ ਉਦਾਸੀ ਕਿਹਾ ਗਿਆ। ਫਕੀਰ ਬਣ ਜਾਣਾ, ਮਨ ਦਾ ਫਕੀਰ ਬਣ ਜਾਣਾ। ਬਾਬੇ ਪੇਖ ਬਣਾਇਆ, ਫਿਰ ਉਹਨਾਂ ਨੇ ਐਸਾ ਪਰਮਾਤਮਾ ਕੋਲੋਂ ਐਸਾ ਵਸਤਰ ਲਿਆ ਜਿਹੜਾ ਉਹਨਾਂ ਨੇ ਧਾਰਨ ਕੀਤਾ, ਔਰ ਬਾਬੇ ਪੇਖ ਬਣਾਇਆ, ਉਦਾਸੀ ਦੀ ਰੀਤ ਚਲਾਈ। ਲੋਕਾਂ ਦਾ ਦੁੱਖ ਦਰਦ ਸਮਝ ਕੇ, ਲੋਕਾਂ ਦੀ ਪੁਕਾਰ ਸੁਣ ਕੇ ਫਿਰ ਉਹ ਪਰਮਾਤਮਾ ਦੇ ਦਰ ਤੋਂ ਉਹ ਚੋਲਾ ਲੈ ਕੇ ਆਏ ਉਦਾਸੀ ਵਾਲਾ, ਤੇ ਫਿਰ ਉਹਨਾਂ ਨੇ ਲੋਕਾਂ ਨੂੰ ਸੁੱਖ ਦੁੱਖ ਤੋਂ ਮਾਨ ਅਪਮਾਨ ਤੋਂ ਉੱਤੇ ਉੱਠ ਕੇ ਸੰਸਾਰ ਵਿੱਚ ਰਹਿੰਦੇ ਹੋਏ ਕਿਸ ਤਰ੍ਹਾਂ ਪਰਮਾਤਮਾ ਨੂੰ ਪਾਣਾ ਹੈ ਉਹ ਰਸਤਾ ਦੱਸਿਆ। ਚੜਿਆ ਸੋਧਨ ਤਰਤ ਲੁਕਾਈ, ਫਿਰ ਉਹ ਇਸ ਧਰਤੀ ਨੂੰ ਸੋਧਨ ਲਈ, ਮਤਲਬ ਸੁਧਾਰ ਕਰਨ ਲਈ, ਅੰਧਕਾਰ ਨੂੰ ਦੂਰ ਕਰਨ ਲਈ, ਸੱਚ ਦਾ ਪ੍ਰਕਾਸ਼ ਕਰਨ ਲਈ ਫਿਰ ਉਹ ਚੱਲ ਪਏ। ਅਸੀਂ ਕਹਿੰਦੇ ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 4 ਉਦਾਸੀਆਂ ਕੀਤੀਆਂ। ਉਦਾਸੀ ਦਾ ਮਤਲਬ ਉਹਨਾਂ ਨੇ 4 ਯਾਤਰਾ ਕੀਤੀਆਂ ਪੂਰੀ ਧਰਤੀ ਦੀਆਂ, ਕਿ ਲੋਕਾਂ ਨੂੰ ਅੰਧਕਾਰ ਚੋਂ, ਦੁੱਖ ਚੋਂ, ਮਾਨ ਅਪਮਾਨ ਚੋਂ ਕੱਢ ਕੇ ਪਰਮਾਤਮਾ ਦਾ ਰਸਤਾ ਦੱਸਿਆ। ਜਿਹੜਾ ਇੰਨਾ ਗਰੀਬਾਂ ਤੇ ਜ਼ੁਲਮ ਹੋ ਰਹੇ ਸੀ, ਭ੍ਰਿਸ਼ਟਾਚਾਰ ਹੋ ਰਿਹਾ ਸੀ, ਜੋ ਇੰਨਾ ਰਿਸ਼ਵਤ ਲੈ ਕੇ ਲੋਕ ਗਲਤ ਫੈਸਲੇ ਕਰ ਦਿੰਦੇ ਸੀ, ਕਾਜੀ ਬ੍ਰਾਹਮਣ ਗਲਤ ਸਭ ਚੀਜ਼ਾਂ ਕਰ ਰਹੇ ਸੀ, ਜਿਹੜੇ ਰਾਜੇ ਸੀ ਉਹ ਵੀ ਰਿਸ਼ਵਤ ਲੈ ਕੇ ਪ੍ਰਜਾ ਨੂੰ ਲੁੱਟ ਰਹੇ ਸੀ, ਇਹ ਪੂਰੇ ਸ਼ਬਦ ਆਉਂਦੇ ਨੇ। ਤਾਂ ਉਹ ਸਾਰਾ ਸੁਧਾਰ ਕਰਨ ਲਈ ਉਹਨਾਂ ਨੇ ਯਾਤਰਾ ਸ਼ੁਰੂ ਕੀਤੀ, ਔਰ ਉਹਨਾਂ ਨੇ ਇਸ ਪੂਰੀ ਧਰਤੀ ਦੀ ਫਿਰ ਯਾਤਰਾ ਕੀਤੀ। ਜਿੰਨੀ ਯਾਤਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ ਦੀ ਕੀਤੀ, ਕਿਸੇ ਹੋਰ ਨੇ ਨਹੀਂ ਕੀਤੀ। ਮਤਲਬ ਕੋਈ ਐਸਾ ਕੋਨਾ ਨਹੀਂ ਹੈ ਧਰਤੀ ਤੇ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨਹੀਂ ਪਹੁੰਚੇ। ਅੱਜ ਵੀ ਲੋਕ ਖੋਜ ਕਰ ਰਹੇ ਨੇ, ਕੁਝ ਨਿਸ਼ਾਨੀਆਂ ਮਿਲਦੀਆਂ ਨੇ, ਫਿਰ ਉਹ ਖੋਜ ਕਰਦੇ ਨੇ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਇੱਥੇ ਕਦੋਂ ਆਏ। ਹੁਣ ਇਹ ਜੋ ਵੀ ਚੀਜ਼ਾਂ ਸਭ ਮੈਂ ਸਾਖੀਆਂ ਤੁਹਾਨੂੰ ਸੁਣਾ ਰਹੀ ਹਾਂ, ਇਹ ਸਾਰੀਆਂ ਭਾਈ ਬਾਲੇ ਵਾਲੀ ਜਨਮ ਸਾਖੀ 'ਚ ਲਿਖੀਆਂ ਨੇ, ਔਰ ਬਹੁਤ ਪਿਆਰੀ ਸਾਖੀ ਹੈ ਕਿ ਜਿਸ ਵੇਲੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਗੱਦੀ ਤੇ ਵਿਰਾਜਮਾਨ ਕਰ ਦਿੱਤਾ, ਔਰ ਆਪ ਸ਼ਰੀਰ ਸਮੇਤ ਸੱਚਖੰਡ ਚਲੇ ਗਏ, ਪਰਮਾਤਮਾ ਦੇ ਦਰਬਾਰ ਚਲੇ ਗਏ, ਪਰਮਾਤਮਾ ਦੇ ਲੋਕ ਚਲੇ ਗਏ, ਤਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਬੈਠੇ ਸੀ ਖਡੂਰ ਸਾਹਿਬ ਜਿੱਥੇ ਉਹ ਵਿਰਾਜਮਾਨ ਸਨ। ਤਾਂ ਉਹਨਾਂ ਦੇ ਮਨ ਵਿੱਚ ਆਇਆ ਕਿ ਮੇਰੇ ਸ਼੍ਰੀ ਗੁਰੂ ਨਾਨਕ ਦੇਵ ਜੀ ਪੂਰਨ ਪੂਰਕ ਸਨ, ਪਰਮਾਤਮਾ ਸਨ, ਆਪ ਨਿਰੰਕਾਰ ਧਰਤੀ ਤੇ ਆਏ, ਤੇ ਉਹਨਾਂ ਨੇ ਇੰਨਾ ਧਰਤੀ ਤੇ ਭ੍ਰਮਣ ਕੀਤਾ, ਤੇ ਕੋਈ ਐਸਾ ਸਿੱਖ ਹੋਵੇ ਜੋ ਮੈਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੂਰੇ ਯਾਤਰਾ ਦਾ ਵਰਤਾਂਤ ਸੁਣਾਏ। ਤਾਂ ਉੱਥੇ ਜਿਹੜਾ ਸਿੱਖ ਬੈਠਾ ਸੀ ਉਹਨੇ ਕਿਹਾ ਕਿ ਗੁਰੂ ਬਾਬਾ ਬੁੱਢਾ ਜੀ ਬੈਠੇ ਸੀ ਉੱਥੇ, ਤਾਂ ਉਹ ਬਾਬਾ ਬੁੱਢਾ ਜੀ ਨੇ ਕਿਹਾ ਕਿ ਐਸਾ ਸਿੱਖ ਤੇ ਬਾਲਾ ਸੰਧੂ ਹੈ। ਉਹ ਮਰਦਾਨਾ ਔਰ ਬਾਲਾ ਸੰਧੂ, ਉਹਨਾਂ ਨੇ ਦੋਨਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਪੂਰੀ ਧਰਤੀ ਦਾ ਭ੍ਰਮਣ ਕੀਤਾ, ਔਰ ਆਪਣੀ ਅੱਖੀ ਸਭ ਕੁਝ ਦੇਖਿਆ, ਤੇ ਬਾਲਾ ਸੰਧੂ ਹੀ ਜਾਣਦਾ ਹੈ। ਤੇ ਮਰਦਾਨਾ ਤੇ ਚਲਾਣਾ ਕਰ ਗਿਆ, ਉਹ ਸ਼ਰੀਰ ਛੋੜ ਕੇ ਚਲੇ ਗਏ, ਤੇ ਬਾਲਾ ਜਿਹੜਾ ਹੈ ਉਹ ਬਾਲਾ ਜੀ ਤਲਵੰਡੀ ਰਹਿੰਦੇ ਨੇ, ਤੇ ਉਹ ਤੁਹਾਨੂੰ ਸੁਣਾ ਸਕਦੇ ਨੇ। ਤਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਮਨ ਵਿੱਚ ਬਾਲੇ ਨੂੰ ਯਾਦ ਕੀਤਾ। ਬਾਲਾ ਸੰਧੂ ਉਸ ਟਾਈਮ ਤਲਵੰਡੀ ਸੀ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ, ਤਾਂ ਉਹਨੇ ਮਨ ਵਿੱਚ ਯਾਦ ਕੀਤਾ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਬਾਲੇ ਨੂੰ, ਤੇ ਅੰਦਰੋਂ ਬਾਲੇ ਨੂੰ ਪ੍ਰੇਰਣਾ ਹੋਈ ਕਿ ਮੈਂ ਜਾ ਕੇ ਦੇਖਾਂ ਕਿ ਗੁਰੂ ਨਾਨਕ ਦੀ ਗੱਦੀ ਤੇ ਕੌਣ ਗੁਰੂ ਵਿਰਾਜਮਾਨ ਹੈ, ਤੇ ਮੈਂ ਜਾ ਕੇ ਦਰਸ਼ਨ ਕਰਾਂ। ਤੇ ਇਧਰੋਂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਭੇਜਿਆ ਕਿ ਜਾ ਕੇ ਬਾਲੇ ਨੂੰ ਬੁਲਾ ਕੇ ਲਿਆਓ। ਤਾਂ ਫਿਰ ਬਾਲੇ ਨੂੰ ਬੁਲਾਣ ਗਏ,
ਤਾਂ ਬਾਲਾ ਜੀ ਆਏ ਔਰ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਪੁੱਛਿਆ ਕਿ ਤੁਸੀਂ ਕੌਣ ਹੋ, ਕਿੱਥੋਂ ਆਏ ਹੋ ਤੇ ਤੁਹਾਨੂੰ ਕੌਣ ਮਿਲਿਆ ਹੈ, ਤੁਹਾਡਾ ਗੁਰੂ ਕੌਣ ਹੈ। ਤਾਂ ਬਾਲੇ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਮੇਰੇ ਤੋਂ 3 ਸਾਲ ਵੱਡੇ ਸੀ ਤੇ ਉਹਨਾਂ ਦੇ ਪਿੱਛੇ ਪਿੱਛੇ ਅਸੀਂ ਘੁੰਮਦੇ ਰਹਿੰਦੇ ਸੀ ਤੇ ਉਹਨਾਂ ਨੇ ਸਾਡੇ ਦੇਖਦੇ ਦੇਖਦੇ ਸਾਰੀ ਧਰਤੀ ਦਾ ਭ੍ਰਮਣ ਕੀਤਾ। ਪਸ਼ੂ ਪਕਸ਼ੀ ਪੱਥਰ ਕੀੜੀਆਂ ਵਨਸਪਤੀ ਦੇਵੀ ਦੇਵਤੇ ਰਾਖਸ਼ ਜਿੰਨ ਭੂਤ ਪ੍ਰੇਤ ਸਾਰਿਆਂ ਦਾ ਸਾਡੇ ਅੱਖਾਂ ਦੇ ਸਾਹਮਣੇ ਦੇਖਦੇ ਦੇਖਦੇ ਉद्धार ਕੀਤਾ। ਤਾਂ ਪਰ ਬਾਲਾ ਜੀ ਇਹ ਕਹਿ ਰਹੇ ਨੇ ਕਿ ਸਾਨੂੰ ਉਸ ਵੇਲੇ ਇਹ ਨਹੀਂ ਸੀ ਪਤਾ ਕਿ ਇਹ ਐਨੇ ਮਹਾਨ ਗੁਰੂ ਨੇ। ਤਾਂ ਇਹ ਸੁਣਦੇ ਹੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਸਮਾਧੀ ਲੱਗ ਗਈ। ਐਨਾ ਵਿਰਾਗ ਉਹਨਾਂ ਦੇ ਅੰਦਰ ਉਤਪੰਨ ਹੋਇਆ ਕਿ ਉਹ ਪੂਰੀ ਰਾਤ ਸਮਾਧੀ ਵਿੱਚ ਰਹੇ। ਫਿਰ ਸਵੇਰੇ ਉਹਨਾਂ ਨੇ ਬਾਲੇ ਨੂੰ ਬੁਲਾਇਆ ਔਰ ਕਿਹਾ ਕਿ ਅੱਗੋਂ ਤੂੰ ਸੁਣਾ ਕਿ ਕਿਸ ਤਰ੍ਹਾਂ ਹੋਇਆ। ਸ਼੍ਰੀ ਗੁਰੂ ਨਾਨਕ ਦੇਵ ਜੀ ਮੇਰੇ ਗੁਰੂ ਨੇ ਜਨਮ ਕਿਸ ਦਿਨ ਲਿੱਤਾ, ਕੀ ਹੋਇਆ ਉਸ ਟਾਈਮ, ਮੈਨੂੰ ਤੁਸੀਂ ਸੁਣਾਓ। ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅਗਰ ਜਨਮ ਪੱਤਰੀ ਮਿਲ ਜਾਏ ਤਾਂ ਅਸੀਂ ਉਸ ਜਨਮ ਪੱਤਰੀ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ। ਤਾਂ ਫਿਰ ਭਾਈ ਬਾਲੇ ਨੇ ਕਿਹਾ ਕਿ ਪਿਤਾ ਕਾਲੂ ਵੀ ਸ਼ਰੀਰ ਛੋੜ ਚੁੱਕੇ ਨੇ, ਮਾਤਾ ਤ੍ਰਿਪਤਾ ਵੀ ਸ਼ਰੀਰ ਛੋੜ ਚੁੱਕੇ ਨੇ ਤੇ ਹੁਣ ਉਹਨਾਂ ਦੇ ਚਾਚਾ ਲਾਲੂ ਨੇ ਤੇ ਤਲਵੰਡੀ ਜਾ ਕੇ ਗੱਲ ਕਰਨੀ ਪਏਗੀ, ਪੁੱਛਣਾ ਪਏਗਾ ਕਿ ਜਨਮ ਪੱਤਰੀ ਉਹਨਾਂ ਕੋਲ ਹੋਏਗੀ ਤਾਂ ਫਿਰ ਅਸੀਂ ਲਿਆ ਸਕਨੇ ਆ। ਤਾਂ ਗੁਰੂ ਅੰਗਦ ਦੇਵ ਜੀ ਨੇ ਫਿਰ ਬਾਲਾ ਸੰਧੂ ਨੂੰ ਔਰ ਇੱਕ ਸਿੱਖ ਹੋਰ ਭੇਜਿਆ ਨਾਲ ਕਿ ਜਾ ਕੇ ਜਨਮ ਪੱਤਰੀ ਢੂੰਡ ਕੇ ਲਿਆਓ। ਤਾਂ ਫਿਰ ਭਾਈ ਲਾਲੂ ਨੂੰ ਮਿਲੇ ਜਾ ਕੇ, ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਾਚਾ ਜੀ ਸਨ। ਤਾਂ ਉਹਨਾਂ ਨੇ ਕਿਹਾ ਕਿ ਮੈਂ ਵੀ ਬਹੁਤ ਬਜ਼ੁਰਗ ਹੋ ਗਿਆ, ਘਰ ਵਿੱਚ ਬਹੁਤ ਕਾਗਜ਼ ਪਏ ਨੇ ਪਰ ਮੈਨੂੰ ਨਹੀਂ ਪਤਾ ਹੈ ਕਿ ਨਹੀਂ। ਫਿਰ ਉਹਨਾਂ ਨੇ ਢੂੰਡਿਆ, ਸਾਰੇ ਕਾਗਜ਼ ਦੇਖੇ, ਘਰ ਪੂਰਾ ਢੂੰਡਿਆ। 5 ਦਿਨ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਪੱਤਰੀ ਮਿਲੀ। ਫਿਰ ਭਾਈ ਬਾਲਾ ਔਰ ਲਾਲਾ ਪੁੰਨੂ ਦੋਨੋਂ ਲੈ ਕੇ ਉਹ ਜਨਮ ਪੱਤਰੀ ਜਿਸ ਵੇਲੇ ਚੱਲਣ ਲੱਗੇ ਤਾਂ ਭਾਈ ਲਾਲੂ ਜੀ ਜਿਹੜੇ ਸੀ ਉਹਨਾਂ ਨੇ ਪੁੱਛਿਆ, ਜੋ ਚਾਚਾ ਜੀ ਸਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ, ਕਿ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਗੁਰੂ ਨਾਨਕ ਦੇਵ ਜੀ ਤੇ ਚਲੇ ਗਏ ਲੇਕਿਨ ਉਹਨਾਂ ਦੀ ਗੱਦੀ ਤੇ ਗੁਰੂ ਕੌਣ ਹੋਇਆ, ਕਿਹਨੂੰ ਬਿਠਾ ਕੇ ਗਏ ਨੇ ਗੱਦੀ ਤੇ। ਤਾਂ ਭਾਈ ਬਾਲੇ ਨੇ ਕਿਹਾ ਕਿ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਗੱਦੀ ਤੇ ਬਿਠਾ ਕੇ ਗਏ ਨੇ ਔਰ ਗੁਰੂ ਅੰਗਦ ਦੇਵ ਜੀ ਵਿੱਚ ਔਰ ਗੁਰੂ ਨਾਨਕ ਦੇਵ ਜੀ ਵਿੱਚ ਕੋਈ ਭੇਦ ਨਹੀਂ ਹੈ। ਤਾਂ ਭਾਈ ਲਾਲੂ ਨੇ ਕਿਹਾ ਕਿ ਮੈਨੂੰ ਤੇ ਲੱਗਾ ਕਿ ਸ਼੍ਰੀ ਚੰਦ ਜੀ ਨੂੰ ਗੱਦੀ ਤੇ ਬਿਠਾ ਕੇ ਗਏ ਨੇ। ਕਹਿਣ ਲੱਗੇ ਨਹੀਂ, ਉਹਨਾਂ ਦੀ ਪੂਜਾ ਪੁੱਤਰ ਕਰਕੇ ਹੋਏਗੀ, ਸਾਹਿਬਜ਼ਾਦੇ ਕਰਕੇ ਉਹਨਾਂ ਦੀ ਪੂਜਾ ਹੋਏਗੀ, ਲੇਕਿਨ ਗੱਦੀ ਤੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਵਿਰਾਜਮਾਨ ਕਰਕੇ ਗਏ ਨੇ। ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੀ ਤਰਫੋਂ ਭੇਟਾ ਲੈ ਜਾਓ, 5 ਪੈਸੇ ਔਰ ਨਾਰੀਅਲ, ਔਰ ਸ਼੍ਰੀ ਗੁਰੂ ਅੰਗਦ ਦੇਵ ਜੀ ਅੱਗੇ ਮੱਥਾ ਟੇਕਣਾ ਔਰ ਉਹਨਾਂ ਨੂੰ ਕਹਿਣਾ ਕਿ ਕਦੀ ਅਗਰ ਸ਼੍ਰੀ ਚੰਦ ਜੀ ਕੁਝ ਬੋਲਣ ਉੱਚਾ ਨੀਵਾਂ ਤੇ ਤੁਸੀਂ ਉਹਨਾਂ ਦੀ ਬੋਲੀ ਤੇ ਧਿਆਨ ਨਹੀਂ ਦੇਣਾ। ਬੱਚੇ ਨੇ, ਅਗਰ ਕੁਝ ਉੱਚਾ ਨੀਚਾ ਬੋਲਣ ਤੇ ਤੁਸੀਂ ਧਿਆਨ ਨਹੀਂ ਦੇਣਾ, ਉਹਨਾਂ ਦੀਆਂ ਗੱਲਾਂ ਦੀ ਗਲਤੀ ਨਹੀਂ ਚਿਤਾਰਨਾ। ਤਾਂ ਫਿਰ ਬਾਲਾ ਜੀ ਨੇ ਕਿਹਾ ਕਿ ਤੁਸੀਂ ਬਿਲਕੁਲ ਬੇਫਿਕਰ ਰਹੋ, ਗੁਰੂ ਅੰਗਦ ਦੇਵ ਜੀ ਬਹੁਤ ਸ਼ਾਂਤ ਸੁਭਾਅ ਵਾਲੇ ਨੇ। ਫਿਰ ਜਿਸ ਵੇਲੇ ਇਹ ਜਨਮ ਪੱਤਰੀ ਲੈ ਕੇ ਗਏ ਤਾਂ ਗੁਰੂ ਅੰਗਦ ਦੇਵ ਜੀ ਨੇ ਜਨਮ ਪੱਤਰੀ ਹੱਥ ਵਿੱਚ ਲਈ ਔਰ ਅੱਖਾਂ ਤੇ ਲਗਾਈ, ਸਿਰ ਤੇ ਰੱਖੀ ਔਰ ਬਹੁਤ ਵੈਰਾਗ ਕੀਤਾ ਔਰ ਕਿਹਾ ਭਾਈ ਬਾਲੇ ਨੂੰ ਕਿ ਅੱਜ ਤੂੰ ਸਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਦਰਸ਼ਨ ਕਰਾਇਆ। ਹੁਣ ਅਗਰ ਅਸੀਂ ਬਹੁਤ ਬਾਰੀਕੀ ਵਿੱਚ ਜਾਈਏ ਕਿ ਜਿਸ ਵੇਲੇ ਸਾਨੂੰ ਗੁਰੂ ਜੋ ਸਾਡੇ ਹੁੰਦੇ ਨੇ ਤਾਂ ਸਾਨੂੰ ਲੱਗਦਾ ਹੈ ਕਿ ਸਾਨੂੰ ਗੁਰੂ ਦੇ ਬਾਰੇ ਵਿੱਚ ਕੋਈ ਸੁਣਾਏ ਕਿ ਗੁਰੂ ਨੇ ਕੀ ਕੀ ਕੌਤਕ ਕੀਤੇ, ਗੁਰੂ ਨੇ ਕਿੱਥੇ ਜਨਮ ਲਿਆ, ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ, ਕਿਸ ਤਰ੍ਹਾਂ ਉਹਨਾਂ ਨੇ ਸੰਸਾਰ ਦਾ ਉद्धार ਕੀਤਾ। ਤਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲੇ ਨੂੰ ਕਿਹਾ ਕਿ ਤੂੰ ਅੱਜ ਸਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਦਰਸ਼ਨ ਕਰਾਇਆ। ਤਾਂ ਫਿਰ ਉਹਨਾਂ ਨੇ ਦੇਖਿਆ ਜਨਮ ਪੱਤਰੀ ਸੰਸਕ੍ਰਿਤ ਵਿੱਚ ਲਿਖੀ ਹੋਈ ਸੀ। ਤਾਂ ਉਹਨਾਂ ਨੇ ਕਿਹਾ ਕਿ ਅਗਰ ਇਹ ਕੋਈ ਗੁਰਮੁਖੀ ਵਿੱਚ ਲਿਖੇ, ਦੱਸੇ ਸਾਨੂੰ ਕਿ ਕੀ ਲਿਖਿਆ ਹੋਇਆ, ਕਿਉਂਕਿ ਸੰਸਕ੍ਰਿਤ ਤੇ ਪੜ੍ਹਨੀ ਨਹੀਂ ਆਂਦੀ। ਤਾਂ ਫਿਰ ਉਹ ਜਿਹੜਾ ਸਿੱਖ ਸੀ ਕੋਲ ਬੈਠਾ, ਉਹਨੇ ਕਿਹਾ ਕਿ ਇੱਕ ਸੁਲਤਾਨਪੁਰ ਸਿੱਖ ਰਹਿੰਦਾ ਹੈ, ਉਹ ਸੰਸਕ੍ਰਿਤ ਵੀ ਜਾਣਦਾ ਹੈ, ਗੁਰਮੁਖੀ ਵੀ ਜਾਣਦਾ ਹੈ। ਤਾਂ ਉਹਨੂੰ ਬੁਲਾਇਆ ਗਿਆ। ਫਿਰ ਉਹਨੇ ਉਹ ਸਾਰੀ ਜਨਮ ਪੱਤਰੀ ਗੁਰਮੁਖੀ ਅੱਖਰਾਂ ਵਿੱਚ ਲਿਖੀ। ਤਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਗੁਰਮੁਖੀ ਅੱਖਰ ਬਣਾਏ ਔਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਮੁਖੀ ਅੱਖਰ ਬਣਾਏ ਔਰ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਫਿਰ ਉਹ ਗੁਰਮੁਖੀ ਅੱਖਰ ਸੰਸਾਰ ਨੂੰ ਦਿੱਤੇ, ਉਹ ਪ੍ਰਚਾਰ ਕੀਤਾ ਉਹਨਾਂ ਦਾ। ਤੇ ਸੰਸਕ੍ਰਿਤ ਸਮਝਣੀ ਔਰ ਪੜ੍ਹਨੀ ਬਹੁਤ ਔਖੀ ਸੀ। ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰੀ ਜੀਵਾਂ ਤੇ ਦਇਆ ਕਰਕੇ ਸੌਖਾ ਰਸਤਾ ਬਣਾ ਦਿੱਤਾ, ਜਿਹਨੂੰ ਕਹਿੰਦੇ ਹਾਈਵੇ ਬਣਾ ਦਿੱਤਾ ਕਿ ਤੁਸੀਂ ਸੌਖੇ ਹੀ ਪਰਮਾਤਮਾ ਦੇ ਰਸਤੇ ਤੇ ਗ੍ਰਸਤ ਜੀਵਨ ਵਿੱਚ ਰਹਿ ਕੇ ਜਾ ਸਕਦੇ ਹੋ। ਉਹ ਰਸਤਾ ਬਣਾ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ
ਉਹ ਜਿਹੜੀ ਸੰਸਕ੍ਰਿਤ ਸਮਝਣੀ ਬੜੀ ਔਖੀ ਸੀ, ਸੌਖੀ ਪੰਜਾਬੀ ਗੁਰਮੁਖੀ ਭਾਸ਼ਾ ਬਣਾ ਦਿੱਤੀ ਔਰ ਉਹ ਫਿਰ ਅੱਗੋਂ ਉਹਦਾ ਗੁਰੂ ਅੰਗਦ ਦੇਵ ਜੀ ਨੇ ਪ੍ਰਚਾਰ ਕੀਤਾ। ਤੇ ਫਿਰ ਜਿਸ ਤਰ੍ਹਾਂ ਭਾਈ ਬਾਲਾ ਜੀ ਸਾਖੀਆਂ ਸੁਣਾਉਂਦੇ ਗਏ ਕਿ ਕਿੱਥੇ ਕਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਗਏ ਔਰ ਕੀ ਉਹਨਾਂ ਦੇ ਕੋਤਕ ਹੋਏ, ਤੇ ਜੋ ਪੈੜਾ ਮੋਖਾ ਇੱਕ ਸਿੱਖ ਸੀ ਉਹ ਨਾਲੋਂ ਨਾਲ ਲਿਖਦਾ ਗਿਆ। ਕਦੀ ਤੇ ਸਾਖੀ ਸੁਣਦੇ ਟਾਈਮ ਗੁਰੂ ਅੰਗਦ ਦੇਵ ਜੀ ਦੀ ਸਮਾਧੀ ਲੱਗ ਜਾਂਦੀ ਸੀ ਔਰ 7-7 ਦਿਨ ਤੱਕ ਸਮਾਧੀ ਲੱਗੀ ਰਹਿੰਦੀ ਸੀ, ਔਰ ਕਦੀ ਲਿਖਵਾਉਂਦੇ ਭਾਈ ਬਾਲਾ ਜੀ ਦੀ ਸਮਾਧੀ ਲੱਗ ਜਾਂਦੀ ਸੀ ਕਿੰਨੀ ਦੇਰ। ਵਿਰਾਗ ਆ ਜਾਂਦਾ ਸੀ, ਯਾਦ ਆ ਜਾਂਦੀ ਸੀ ਕਿਸ ਤਰ੍ਹਾਂ ਉਹ ਯਾਤਰਾ ਕਰਦੇ ਸੀ, ਤੇ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਤੇ ਉਹਨਾਂ ਨੂੰ ਉਸ ਵੇਲੇ ਇੰਨਾ ਮਹਾਨ ਗੁਰੂ ਸਮਝਿਆ ਹੀ ਨਹੀਂ। ਤਾਂ ਭਾਈ ਬਾਲਾ ਜੀ ਜਿਹੜੇ ਸੀ ਉਹਨਾਂ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਪੁੱਛਿਆ ਇੱਕ ਵਾਰੀ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਨੂੰ ਕੀ ਸਮਝਿਆ? ਤਾਂ ਉਹਨਾਂ ਨੇ ਕਿਹਾ ਮੈਂ ਤੇ ਗੁਰੂ ਨਾਨਕ ਦੇਵ ਜੀ ਨੂੰ ਨਿਰੰਕਾਰ ਹੀ ਸਮਝਿਆ। ਤਾਂ ਫਿਰ ਭਾਈ ਬਾਲਾ ਜੀ ਨੇ ਕਿਹਾ ਤਾਂ ਹੀ ਤੁਸੀਂ ਉਹਨਾਂ ਦੀ ਗੱਦੀ ਦੇ ਵਾਰਿਸ ਬਣ ਗਏ, ਨਿਰੰਕਾਰ ਦਾ ਰੂਪ ਹੀ ਹੋ ਗਏ ਤੁਸੀਂ। ਤਾਂ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲਾ ਜੀ ਨੂੰ ਪੁੱਛਿਆ ਕਿ ਤੁਸੀਂ ਕੀ ਸਮਝਿਆ? ਤਾਂ ਉਹਨਾਂ ਨੇ ਕਿਹਾ ਮੈਂ ਤੇ ਮਹਾਨ ਤਪਸਵੀ ਸਮਝਿਆ, ਗਿਆਨ ਬਹੁਤ ਵੱਡੇ ਤਪਸਵੀ ਸਮਝਿਆ। ਤੇ ਉਹਨਾਂ ਨੇ ਕਿਹਾ ਫਿਰ ਤੁਸੀਂ ਸਮਝਿਆ ਤੁਸੀਂ ਉਹ ਬਣ ਗਏ ਜੋ ਅਸੀਂ ਸਮਝਿਆ, ਤੇ ਸਾਨੂੰ ਉਹ ਅਵਸਥਾ ਪ੍ਰਾਪਤ ਹੋ ਗਈ। ਤਾਂ ਇਸ ਤਰ੍ਹਾਂ ਪੂਰੀ ਜਨਮ ਸਾਖੀ ਵਿੱਚ ਸਾਰੀਆਂ ਸਾਖੀਆਂ ਭਾਈ ਬਾਲਾ ਜੀ ਨੇ ਸੁਣਾਈਆਂ। ਅੱਜ ਇੱਕ ਸਾਖੀ ਮੈਂ ਹੋਰ ਲੈ ਰਹੀ ਹਾਂ ਕਿ ਗੁਰੂ ਨਾਨਕ ਦੇਵ ਜੀ ਔਰ ਮਰਦਾਨਾ ਬਾਲਾ ਇੱਕ ਜਗ੍ਹਾ ਤੇ ਗਏ, ਕਬਰਿਸਤਾਨ ਵਿੱਚ ਬੈਠੇ ਜਿਸ ਵੇਲੇ ਸ੍ਰੀ ਗੁਰੂ ਜੀ ਜਾ ਕੇ, ਤੇ ਉੱਥੇ ਭਾਈ ਮਰਦਾਨਾ ਜੀ ਨੇ ਦੇਖਿਆ ਕਿ ਹਰ ਇੱਕ ਕਬਰ ਦੇ ਉੱਤੇ ਉਮਰ ਲਿਖੀ ਹੋਈ ਹੈ ਸਭ ਦੀ, ਕਿਸੇ ਤੇ 2 ਸਾਲ, ਕਿਸੇ ਤੇ 5 ਸਾਲ, ਕਿਸੇ ਤੇ 3 ਸਾਲ। ਤਾਂ ਭਾਈ ਬਾਲਾ ਮਰਦਾਨਾ ਜੀ ਬੜੇ ਹੈਰਾਨ ਹੋਏ ਕਿ ਕੀ ਇਹ ਬੱਚਿਆਂ ਦਾ ਕਬਰਿਸਤਾਨ ਹੈ ਕਿ 5-7 ਸਾਲ ਤੋਂ ਉੱਤੇ ਕਿਸੇ ਦੀ ਉਮਰ ਹੀ ਨਹੀਂ ਲਿਖੀ ਹੋਈ। ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਹ ਤੇ ਕੋਈ ਇੱਥੋਂ ਦਾ ਜਿਹੜਾ ਰਹਿਣ ਵਾਲਾ ਹੈ ਉਹ ਹੀ ਦੱਸ ਸਕਦਾ ਹੈ। ਤਾਂ ਮਰਦਾਨੇ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਬੱਚਿਆਂ ਦਾ ਕਬਰਿਸਤਾਨ ਹੈ। ਤੇ ਗੁਰੂ ਜੀ ਨੇ ਕਿਹਾ ਕੋਈ ਇੱਥੋਂ ਦਾ ਰਹਿਣ ਵਾਲਾ ਉਹਦੇ ਕੋਲੋਂ ਪੁੱਛੋ ਤੇ ਪਤਾ ਚੱਲੇਗਾ। ਤੇ ਫਿਰ ਇੱਕ ਬੰਦਾ ਆਇਆ ਤੇ ਮਰਦਾਨਾ ਜੀ ਨੇ ਉਹਨੂੰ ਪੁੱਛਿਆ ਕਿ ਇਹ ਬੱਚਿਆਂ ਦਾ ਕਬਰਿਸਤਾਨ ਹੈ ਕਿ ਇੱਥੇ ਕੋਈ 5-7 ਸਾਲ ਤੋਂ ਵੱਡੀ ਉਮਰ ਦਾ ਹੈ ਹੀ ਨਹੀਂ। ਤਾਂ ਫਿਰ ਉਸ ਵਿਅਕਤੀ ਨੇ ਕਿਹਾ ਕਿ ਸਾਡੇ ਬਜ਼ੁਰਗਾਂ ਨੇ ਇੱਕ ਨਿਯਮ ਬਣਾਇਆ ਕਿ ਜਿੰਨਾ ਸਮੇਂ ਅਸੀਂ ਜੀਂਦੇ ਆ ਸੰਸਾਰ ਤੇ ਉਹ ਸਮੇਂ ਉਹ ਗਿਣਦੇ ਨਹੀਂ, ਜਿੰਨਾ ਸਮਾਂ ਅਸੀਂ ਪ੍ਰਭੂ ਦਾ ਨਾਮ ਲਿਆ, ਪ੍ਰਭੂ ਦੇ ਚਿੰਤਨ ਵਿੱਚ ਬਿਤਾਇਆ, ਉਹ ਸਮੇਂ ਅਸੀਂ ਨੋਟ ਕਰ ਲੈਂਦੇ ਹਾਂ। ਮੰਨ ਲਓ ਕਿ ਇੱਕ ਦਿਨ ਵਿੱਚ ਅਸੀਂ 10 ਮਿੰਟ ਬੈਠੇ ਪਰਮਾਤਮਾ ਦੀ ਯਾਦ ਵਿੱਚ, ਇੱਕ ਦਿਨ ਅਸੀਂ ਅੱਧਾ ਘੰਟਾ ਬੈਠੇ, ਇੱਕ ਦਿਨ ਅਸੀਂ 2 ਘੰਟੇ ਬੈਠੇ, ਉਹ ਪੂਰੀ ਡਾਇਰੀ ਤੇ ਨੋਟ ਕਰ ਲੈਂਦੇ ਹਾਂ ਅੱਜ ਇੰਨੀ ਦੇਰ ਬੈਠੇ, ਅੱਜ ਇੰਨੀ ਦੇਰ ਬੈਠੇ। ਫਿਰ ਜਿਸ ਵੇਲੇ ਉਹ ਬੰਦਾ ਸਰੀਰ ਛੱਡਦਾ ਹੈ ਫਿਰ ਅਸੀਂ ਉਹਦਾ ਟੋਟਲ ਕਰ ਲੈਂਦੇ ਹਾਂ, ਤੇ ਉਹਦਾ ਟੋਟਲ ਕਰਕੇ ਜਿਹੜੀ ਉਹਦੀ ਉਮਰ ਬਣਦੀ ਹੈ ਉਹ ਉਮਰ ਉਹਦੀ ਕਬਰ ਤੇ ਲਿਖ ਦਿੱਤੀ ਜਾਂਦੀ ਹੈ। ਤੇ ਐਸ ਕਰਕੇ ਇਹ ਕੋਈ ਐ ਨਹੀਂ ਕਿ ਬੱਚਿਆਂ ਦਾ ਕਬਰਿਸਤਾਨ ਹੈ, ਇਹ ਸਾਰੇ ਵੱਡੇ ਲੋਕ ਹੀ ਗਏ ਨੇ, ਲੇਕਿਨ ਅਸੀਂ ਉਮਰ ਇਸ ਤਰ੍ਹਾਂ ਗਿਣਨੇ ਆ ਕਿ ਜਿੰਨਾ ਸਮੇਂ ਉਹਨੇ ਪਰਮਾਤਮਾ ਦੀ ਯਾਦ ਵਿੱਚ ਬਿਤਾਇਆ ਅਸਲੀ ਉਮਰ ਤੇ ਉਹ ਹੀ ਹੈ, ਬਾਕੀ ਸਾਰੀ ਉਮਰ ਬੇਕਾਰ ਚਲੀ ਗਈ, ਵਿਅਰਥ ਚਲੀ ਗਈ, ਉਹ ਅਸੀਂ ਗਿਣਦੇ ਹੀ ਨਹੀਂ। ਤਾਂ ਬਹੁਤ ਹੈਰਾਨ ਹੋਏ ਭਾਈ ਮਰਦਾਨਾ ਜੀ। ਤਾਂ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਮਰਦਾਨਾ ਇਹ ਗੱਲ ਸਹੀ ਹੈ, ਜਿੰਨਾ ਸਮੇਂ ਇਨਸਾਨ ਪਰਮਾਤਮਾ ਦੇ ਚਿੰਤਨ ਵਿੱਚ ਬਿਤਾਉਂਦਾ ਹੈ ਅਸਲੀ ਉਹਦੀ ਉਮਰ ਓਨੀ ਹੀ ਹੈ। ਅਸੀਂ ਸਮਝਦੇ ਅਸੀਂ 50 ਸਾਲ 60 ਸਾਲ ਦੇ ਹੋ ਗਏ, ਨਹੀਂ, ਜਿੰਨਾ ਸਮੇਂ ਪਰਮਾਤਮਾ ਦੀ ਯਾਦ ਵਿੱਚ ਬਿਤਾਇਆ ਅਸਲੀ ਉਮਰ ਸਾਡੀ ਉਹੀ ਉੱਥੇ ਉੱਪਰ ਲਿਖੀ ਜਾਂਦੀ ਹੈ, ਬਾਕੀ ਸਭ ਅਸੀਂ ਬੇਕਾਰ ਕਰਕੇ ਚਲੇ ਜਾਂਦੇ ਹਾਂ। ਸੋ ਇਸ ਲਈ ਸਾਨੂੰ ਸੋਚਣ ਦੀ ਸਮਝਣ ਦੀ ਲੋੜ ਹੈ ਕਿ ਕੀ ਅਸੀਂ ਆਪਣੀ ਉਮਰ ਬੇਕਾਰ ਤੇ ਨਹੀਂ ਕਰ ਰਹੇ, ਕਿ ਅਸੀਂ 2-3 ਸਾਲ ਦੀ ਉਮਰ ਤੇ ਨਹੀਂ ਜਾ ਰਹੇ ਵਾਪਸ ਪਰਮਾਤਮਾ ਦੇ ਦਰ ਤੇ। ਤੇ ਹਰ ਦਿਨ ਇਸ ਲਈ ਸਾਨੂੰ ਕਿਹਾ ਗਿਆ ਕਿ 10ਵਾਂ ਹਿੱਸਾ ਘਟੋ ਘੱਟ ਆਪਣੀ 24 ਘੰਟੇ ਦਾ ਪਰਮਾਤਮਾ ਦੇ ਚਿੰਤਨ ਚ ਬਿਤਾਓ, ਪਰਮਾਤਮਾ ਨੂੰ ਯਾਦ ਕਰੋ ਜਿਨਨੇ ਇੰਨਾ ਸਭ ਕੁਝ ਦਿੱਤਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇੱਕ ਸ਼ਬਦ ਹੈ, ਗੁਰੂ ਨਾਨਕ ਜਾ ਕੋ ਪਿਆ ਦਿਆਲਾ ਸੋ ਜਨ ਹੋਆ ਸਦਾ ਨਿਹਾਲਾ। ਜਿਹਦੇ ਤੇ ਗੁਰੂ ਨਾਨਕ ਦਿਆਲ ਹੋ ਗਿਆ, ਗੁਰੂ ਨਾਨਕ ਦੀ ਕਿਰਪਾ ਦ੍ਰਿਸ਼ਟੀ ਜਿਹਦੇ ਤੇ ਹੋ ਗਈ, ਗੁਰੂ ਨਾਨਕ ਦੀ ਨਜ਼ਰ ਥੱਲੇ ਜਿਹੜਾ ਆ ਗਿਆ, ਫਿਰ ਉਹਨੂੰ ਸਾਰੀ ਦੁਨੀਆ ਦੀ ਦੌਲਤ ਮਿਲ ਗਈ। ਫਿਰ ਉਹ ਇਸ ਲੋਕ ਵਿੱਚ ਔਰ ਉਸ ਲੋਕ ਦੇ ਸੁੱਖ ਉਹਦੀ ਝੋਲੀ ਚ ਮਿਲ ਗਏ ਜਿਹੜਾ ਗੁਰੂ ਨਾਨਕ ਦੀ ਨਜ਼ਰ ਥੱਲੇ ਆ ਗਿਆ। ਤੇ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾ ਰਹੇ ਹਾਂ, ਔਰ ਇਸ ਲਈ ਅਸੀਂ ਉਹਨਾਂ ਦੇ ਜੀਵਨ ਦੀਆਂ ਸਾਖੀਆਂ, ਉਹਨਾਂ ਦੇ ਚਰਿੱਤਰ, ਜੋ ਉਹਨਾਂ ਨੇ ਲੀਲਾ ਕੀਤੀ ਔਰ ਜੋ ਸਾਨੂੰ ਉਪਦੇਸ਼ ਦਿੱਤੇ, ਅਸੀਂ ਉਹਨਾਂ ਤੇ ਇਹਨਾਂ 7 ਦਿਨਾਂ ਵਿੱਚ ਵਿਚਾਰ ਕਰਾਂਗੇ ਔਰ ਉਹਨਾਂ ਨੂੰ ਆਪਣੇ ਜੀਵਨ 'ਚ ਉਤਾਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਨੂੰ ਆਪਣੇ ਜੀਵਨ 'ਚ ਉਤਾਰ ਸਕੀਏ, ਉਹਨਾਂ ਸੂਤਰਾਂ ਨੂੰ, ਉਹਨਾਂ ਸਿਧਾਂਤਾਂ ਨੂੰ
ਤੇ ਅਸੀਂ ਆਪਣਾ ਜੀਵਨ ਜਿਹੜਾ ਹੈ ਉਹ ਸਹੀ ਜੀ ਕੇ ਇੱਥੋਂ ਵਿਅਰਥ ਕਰਕੇ ਨਾ ਜਾਈਏ, ਸਕਾਰਤ ਕਰਕੇ ਕਿਸੇ ਅਰਥ ਲੱਗੇ ਸਾਡਾ ਜੀਵਨ, ਅਸੀਂ ਇਸ ਤਰ੍ਹਾਂ ਇਸ ਸੰਸਾਰ ਨੂੰ ਛੱਡ ਕੇ ਜਾਈਏ। ਤਾਂ ਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਗੁਰੂ ਨਾਨਕ ਜਾਂ ਕੋ ਪਿਆ ਦਿਆਲਾ, ਸੋ ਜਨ ਹੋਆ ਸਦਾ ਨਿਹਾਲਾ। ਜਿਸ ਵੇਲੇ ਕਿਸੇ ਦਾ ਜਨਮ ਦਿਨ ਹੁੰਦਾ ਤੇ ਅਸੀਂ ਉਹਨੂੰ ਬਹੁਤ ਯਾਦ ਕਰਨੇ ਆ, ਪਿਆਰ ਕਰਨੇ ਆ, ਗਿਫਟ ਦਿੰਨੇ ਆ, ਔਰ ਫਿਰ ਉਹ ਜਿਹਦਾ ਜਨਮ ਦਿਨ ਹੁੰਦਾ ਉਹ ਫਿਰ ਸਾਨੂੰ ਰਿਟਰਨ ਗਿਫਟ ਦਿੰਦਾ। ਤੇ ਹੁਣ ਇਹ ਸਮਾਂ ਹੈ ਕਿ ਅਸੀਂ ਥੋੜੇ ਦਿਨ ਜਿਹੜੇ ਸਾਡੇ ਕੋਲ ਨੇ, ਅਸੀਂ ਯਾਦ ਕਰੀਏ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ। ਇਹ ਨਹੀਂ ਕਿ ਅਸੀਂ 1 ਘੰਟਾ ਹੀ 9 ਤੋਂ 10 ਯਾਦ ਕਰਨਾ ਹੈ। ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰੀਏ, ਉਹਨਾਂ ਦੇ ਸਿਧਾਂਤਾਂ ਤੇ ਚੱਲੀਏ, ਉਹਨਾਂ ਦੀਆਂ ਸਾਖੀਆਂ ਤੇ ਵਿਚਾਰ ਕਰੀਏ ਤੇ ਫਿਰ ਉਹਨਾਂ ਨੂੰ ਜੀਵਨ 'ਚ ਉਤਾਰੀਏ। ਔਰ ਜਿਸ ਵੇਲੇ 14 ਨਵੰਬਰ ਨੂੰ ਗੁਰਪੁਰਬ ਮਨਾਇਆ ਜਾਏਗਾ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਾਡੇ ਤੇ ਵੀ ਨਜ਼ਰ ਹੋ ਜਾਏ ਤੇ ਸਾਡਾ ਵੀ ਧਰਤੀ ਤੇ ਆਣਾ ਸਫਲ ਹੋ ਜਾਏ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।